ਚਾਹ ਹੀ ਬਣਾ ਦੇ। ਹਾਂਜੀ ਦੋਸਤੋ, ਮੀਡੀਆ ਪ੍ਰਵਾਸ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਮੀਡੀਆ ਪ੍ਰਵਾਸ ਵੱਲੋਂ ਸ਼ੁਰੂ ਕੀਤੇ ਹੋਏ ਸੰਵਾਦ ਦੇ 37ਵੇਂ ਅੰਕ ਦੇ ਵਿੱਚ ਅੱਜ ਅਸੀਂ ਯੁਵਾ ਸ਼ਾਇਰੀ ਦੇ ਰੂਬਰੂ ਹਾਂ। ਮੀਡੀਆ ਪ੍ਰਵਾਸ ਵੱਲੋਂ ਅਸੀਂ ਪਿਛਲੇ ਲੰਬੇ ਸਮੇਂ ਤੋਂ ਸ਼ਾਇਰੀ ਦੇ ਬਹੁਤ ਸਾਰੇ ਰੂਪ, ਬਹੁਤ ਸਾਰੇ ਰੰਗ ਦੇਖੇ ਨੇ। ਸੰਘਰਸ਼ਾਂ ਦੇ ਦੌਰ ਵਿੱਚ ਸ਼ਾਇਰੀ ਦੇ ਲਗਭਗ 25 ਐਪੀਸੋਡ ਲਗਾਤਾਰ ਕੀਤੇ ਨੇ ਇਸ ਪਲੇਟਫਾਰਮ ਤੋਂ, ਜਿਹਦੇ ਵਿੱਚ ਲਗਭਗ 250 ਦੇ ਕਰੀਬ ਸ਼ਾਇਰ ਅਸੀਂ ਉਹਨਾਂ ਦਾ ਕਲਾਮ, ਉਹਨਾਂ ਦੀ ਸੰਘਰਸ਼ਾਂ ਦੀ ਸ਼ਾਇਰੀ ਅਸੀਂ ਆਨਲਾਈਨ ਜੋ ਵਰਚੁਅਲ ਸੰਸਾਰ ਦੇ ਦਰਸ਼ਕ ਨੇ ਉਹਨਾਂ ਦੇ ਨਾਲ ਸਾਂਝੀ ਕੀਤੀ ਹੈ। ਤੇ ਇਸ ਅੰਕ ਤੋਂ ਅਸੀਂ ਨੌਜਵਾਨ ਸ਼ਾਇਰੀ ਦੇ ਨਾਲ ਸੰਵਾਦ ਰਚਾਵਾਂਗੇ ਤੇ ਪਹਿਲੇ ਪੂਰ ਦੇ ਵਿੱਚ 10 ਨੌਜਵਾਨ ਸ਼ਾਇਰ ਸ਼ਾਮਲ ਕੀਤੇ ਨੇ। ਮੈਂ ਜਿੱਥੇ ਇਹਨਾਂ ਸਾਰੇ ਸ਼ਾਇਰਾਂ ਦਾ ਬਹੁਤ ਸਵਾਗਤ ਕਰਦਾ, ਉੱਥੇ ਨਾਲ ਹੀ ਸਵਾਗਤ ਕਰਦਾ ਪ੍ਰੋਫੈਸਰ ਆਤਮ ਰੰਧਾਵਾ ਹੋਰਾਂ ਦਾ, ਜਿਹੜੇ ਪ੍ਰੋਫੈਸਰ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਤੇ ਰੈਫਰੀ ਜਨਰਲ ਸੰਵਾਦ ਲਗਾਤਾਰ ਕੱਢ ਰਹੇ ਨੇ। ਬਹੁਤ ਖੂਬਸੂਰਤ ਮੈਗਜ਼ੀਨ ਹੈ ਤੇ ਬਹੁਤ ਕਮਾਲ ਦੇ ਉਹਦੇ ਅੰਕ ਹੁੰਦੇ ਨੇ। ਪ੍ਰੋਫੈਸਰ ਆਤਮ ਰੰਧਾਵਾ ਹੋਰਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਹੈ ਕਿਉਂਕਿ ਉਹ ਕਵਿਤਾ ਦੇ ਖੇਤਰ ਦੇ ਵਿੱਚ ਵਿਸ਼ਲੇਸ਼ਣ ਦਾ, ਆਲੋਚਨਾ ਦਾ, ਪੜਚੋਲ ਦਾ, ਖੋਜ ਦਾ ਬਹੁਤ ਸਾਰਾ ਕੰਮ ਕਰ ਰਹੇ ਨੇ। ਤੇ ਇਸ ਬਹਾਨੇ ਅਸੀਂ ਪ੍ਰੋਫੈਸਰ ਆਤਮ ਰੰਧਾਵਾ ਹੋਰਾਂ ਨੂੰ ਇਸ ਨਵੇਂ ਪੂਰ ਦੇ ਰੂਬਰੂ ਕਰ ਰਹੇ ਹਾਂ ਤਾਂ ਕਿ ਨਵੀਂ ਪੰਜਾਬੀ ਕਵਿਤਾ ਤੇ ਜੋ ਪਹਿਲਾਂ ਤੋਂ ਲਿਖੀ ਜਾ ਰਹੀ ਪੰਜਾਬੀ ਕਵਿਤਾ ਉਹਦੇ ਵਿੱਚ ਪੁਲ ਦਾ ਕੰਮ ਕੀਤਾ ਜਾ ਸਕੇ। ਤੇ ਪ੍ਰੋਫੈਸਰ ਆਤਮ ਰੰਧਾਵਾ ਹੋਰੀ ਅੱਜ ਸਾਰੀ ਸ਼ਾਇਰੀ ਨੂੰ ਮੰਨਣਗੇ ਤੇ ਬਾਅਦ ਦੇ ਵਿੱਚ ਸਾਡੇ ਨਾਲ ਆਪਣੀ ਜਿਹੜੀ ਟਿੱਪਣੀ ਹੈ ਉਹ ਸਾਂਝੀ ਕਰਨਗੇ ਐਕਸਪਰਟ ਦੇ ਰੂਪ ਦੇ ਵਿੱਚ। ਸੋ ਸਭ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਰੰਧਾਵਾ ਹੋਰਾਂ ਦਾ ਸਤਿਕਾਰ ਕਰਦੇ ਹਾਂ, ਸਵਾਗਤ ਕਰਦੇ ਹਾਂ। ਰੰਧਾਵਾ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਜਿਹੜੇ ਸ਼ਾਇਰ ਨੇ ਤੇ ਸਾਡੇ ਵਿਸ਼ੇਸ਼ਕ ਨੇ, ਤੁਸੀਂ ਆਪਣੇ ਮਾਈਕ ਔਨ ਕਰ ਸਕਦੇ ਹੋ ਬਸ਼ਰਤੇ ਕਿ ਉਹਦੇ ਵਿੱਚੋਂ ਪਿੱਛੋਂ ਕੋਈ ਆਵਾਜ਼ ਨਾ ਆਵੇ, ਇੰਨਾ ਖਿਆਲ ਰੱਖ ਲਿਓ। ਤੇ ਉਸ ਤੋਂ ਬਾਅਦ ਜਿਹੜੇ 10 ਸ਼ਾਇਰ ਅੱਜ ਸਾਡੇ ਨਾਲ ਨੇ ਉਹਨਾਂ ਦੇ ਵਿੱਚ ਨੇ ਕਮਲਦੀਪ ਜਲੂਰ, ਅਮਰਿੰਦਰ ਸੋਲ, ਗੁਰਪ੍ਰੀਤ ਬੋੜਾਵਾਲ, ਗੁਰਦਿੱਤ ਸੇਖੋਂ, ਇੰਦਰਜੀਤ ਜਾਦੂ, ਕਮਲ ਬਾਲਦ ਕਲਾਂ, ਗੁਰਪ੍ਰੀਤ ਕੌਰ, ਅਮਰਤ ਸਿੰਘ, ਪਵਨਦੀਪ ਕੌਰ ਤੇ ਲਖਵਿੰਦਰ ਸਿੰਘ। ਇਹਨਾਂ ਦੇ ਵਿੱਚੋਂ ਕਮਲਦੀਪ ਜਲੂਰ ਹੋਰਾਂ ਦੀਆਂ 2 ਕਿਤਾਬਾਂ ਆ ਚੁੱਕੀਆਂ ਨੇ, ਕਵਿਤਾ ਸਿਰਫ ਕਵਿਤਾ ਨਹੀਂ ਤੇ ਯੁੱਧ ਭੂਮੀ। ਅਮਰਿੰਦਰ ਸੋਲ ਹੋਰਾਂ ਦੀਆਂ 4 ਕਿਤਾਬਾਂ ਆ ਚੁੱਕੀਆਂ ਨੇ, ਨੈਣਾ ਵਿਚਲਾ ਟਾਪੂ, ਪੱਤਿਆਂ ਦੀ ਪੈੜਚਾਲ, ਕਿਕਰਾਂ ਦੇ ਅੰਬ ਤੇ ਤੇਰੇ ਤੀਕ ਆਉਂਦਿਆਂ। ਗੁਰਪ੍ਰੀਤ ਬੁੜਾਵਾਲ ਹੋਰਾਂ ਦੀ ਹੁਣੇ ਪਿਛਲੇ ਸਾਲ ਜਿਹੜੀ ਕਿਤਾਬ ਆਈ ਹੈ ਮਾਤੇਸ਼ਵਰੀ, ਕਾਫੀ ਚਰਚਿਤ ਕਿਤਾਬ ਰਹੀ ਹੈ। ਗੁਰਦਿੱਤ ਸੇਖੋਂ ਹੋਰਾਂ ਦੀ ਹੁਣੇ ਕਿਤਾਬ ਆਈ ਹੈ ਇਕਲਾਪੇ ਦੀ ਅੱਖ ਚੋਂ, ਤੇ ਇੰਦਰਜੀਤ ਜਾਦੂ ਦੀ ਕਿਤਾਬ ਆਈ ਹੈ ਸਿਲਵਟਾਂ। ਬਾਕੀ ਜਿਹੜੇ ਸ਼ਾਇਰ ਨੇ ਉਹਨਾਂ ਦੀਆਂ ਕਿਤਾਬਾਂ ਨੇੜ ਭਵਿੱਖ ਦੇ ਵਿੱਚ ਆਉਣਗੀਆਂ। ਸ਼ਾਇਰੀ ਦੇ ਖੇਤਰ ਦੇ ਵਿੱਚ ਆਪਣੀ ਕਲਮ ਅਜਮਾ ਰਹੇ ਨੇ ਤੇ ਲਗਾਤਾਰ ਲਿਖ ਰਹੇ ਨੇ, ਪੜ੍ਹ ਰਹੇ ਨੇ ਤੇ ਸੰਘਰਸ਼ਾਂ ਦੇ ਦੌਰ ਦੇ ਵਿੱਚੋਂ ਲੰਘ ਰਹੇ ਨੇ। ਦੋਸਤੋ, ਨਵੀਂ ਪੰਜਾਬੀ ਕਵਿਤਾ ਦਾ ਆਪਣਾ ਮੁਹਾਵਰਾ ਹੈ, ਜਦੋਂ ਵੀ ਦੌਰ ਬਦਲਦਾ, ਜਦੋਂ ਕਦਰਾਂ ਕੀਮਤਾਂ ਬਦਲਦੀਆਂ ਨੇ ਤਾਂ ਸਾਹਿਤ ਦਾ ਮੁਹਾਂਦਰਾ ਤੇ ਮੁਹਾਵਰਾ ਬਦਲਦਾ ਹੈ ਤੇ ਨਵੀਂ ਪੰਜਾਬੀ ਕਵਿਤਾ ਵੀ ਆਪਣਾ ਮੁਹਾਵਰਾ ਨਾਲ ਲੈ ਕੇ ਆਈ ਹੈ। ਮੈਨੂੰ ਇਸ ਵੇਲੇ ਭੁਪਿੰਦਰਪ੍ਰੀਤ ਦੀ ਇੱਕ ਛੋਟੀ ਜਿਹੀ ਕਵਿਤਾ ਚੇਤੇ ਆ ਰਹੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਉਸ ਤੋਂ ਬਾਅਦ ਆਪਾਂ ਇਹਨਾਂ ਕਵਿਤਾਵਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਕਿ ਕਵਿਤਾ ਆਪਣਾ ਈਡੀਐਮ ਕਿਵੇਂ ਚੇਂਜ ਕਰਦੀ ਹੈ, ਕਵਿਤਾ ਆਪਣੀ ਸ਼ਬਦਾਵਲੀ ਕਿਵੇਂ ਚੇਂਜ ਕਰਦੀ ਹੈ, ਕਵਿਤਾ ਆਪਣਾ ਮੁਹਾਵਰਾ ਤੇ ਮੁਹਾਂਦਰਾ ਕਿਵੇਂ ਚੇਂਜ ਕਰਦੀ ਹੈ ਚੇਤਨਾ ਦੇ ਬਦਲਣ ਦੇ ਨਾਲ। ਉਹਨਾਂ ਦੀ ਕਵਿਤਾ ਇੱਕ ਰੋਟੀ ਤੇ ਸੈਂਸੈਕਸ। ਅੱਧੇ ਦਿਨ ਦੀ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਉਸਨੇ ਸਾਈਕਲ ਦੀ ਕਾਠੀ ਹੇਠੋਂ ਅਖਬਾਰ 'ਚ ਲਪੇਟੀ ਰੋਟੀ ਕੱਢੀ, 3-4 ਰੋਟੀਆਂ ਤੇ ਅਚਾਰ। ਅਖਬਾਰ 'ਚ ਸੈਂਸੈਕਸ ਡਿੱਗਣ ਨਾਲ ਅਰਬਾਂ ਦੇ ਨੁਕਸਾਨ ਦੀ ਖਬਰ ਹੈ। ਇੱਕਦਮ ਕੁੱਤਾ ਭੌਂਕਿਆ, ਰੋਟੀ ਰੇਤ ਤੇ ਡਿੱਗ ਪਈ, ਚੁੱਕੀ, ਪਹਿਲੀ ਬੁਰਕੀ ਕੁੱਤੇ ਨੂੰ ਪਾਈ ਤੇ ਸ਼ਾਂਤ ਨਜ਼ਰਾਂ ਨਾਲ ਅਸਮਾਨ ਵੱਲ ਤੱਕਿਆ।
ਰੱਜ ਕੇ ਰੋਟੀ ਖਾਧੀ, ਡਕਾਰ ਮਾਰਿਆ, ਅਖਬਾਰ ਨਾਲ ਹੱਥ ਪੂੰਝੇ ਤੇ ਪਰੇ ਸੜਕ ਤੇ ਕੁੱਤੇ ਅੱਗੇ ਸੁੱਟ ਦਿੱਤੀ। ਰੋਟੀ ਦੀ ਖੁਸ਼ਬੂ ਸੁੰਘਦਾ ਕੁੱਤਾ ਉਨਾ ਚਿਰ ਪਾੜਦਾ ਰਿਹਾ ਅਖਬਾਰ, ਹੋ ਨਾ ਗਈ ਜਿੰਨਾ ਚਿਰ ਲੀਰੋ ਲੀਰ ਖੁਸ਼ਬੂ ਚੋਂ ਸੈਂਸੈਕਸ ਦੀ ਖਬਰ। ਹੁਣ ਇਹ ਇੱਕ ਛੋਟੀ ਜਿਹੀ ਕਵਿਤਾ ਹੈ ਜਿਹਦੇ ਵਿੱਚੋਂ ਅਸੀਂ ਨਵੀਂ ਚੇਤਨਾ ਤੇ ਨਵਾਂ ਮੁਹਾਵਰਾ ਜਿਹੜਾ ਪੰਜਾਬੀ ਕਵਿਤਾ ਦਾ ਤਲਾਸ਼ ਸਕਦੇ ਹਾਂ। ਤੇ ਅੱਜ ਦੇ ਇਹਨਾਂ ਸ਼ਾਇਰਾਂ ਦੇ ਵਿੱਚੋਂ ਵੀ ਅਸੀਂ ਨਵੀਂ ਕਵਿਤਾ ਦੇ ਬਹੁਤ ਸਾਰੇ ਚਿੰਨ੍ਹ, ਬਹੁਤ ਸਾਰੇ ਸਾਈਨ ਅਸੀਂ ਪਛਾਣਨ ਦੀ ਕੋਸ਼ਿਸ਼ ਕਰਾਂਗੇ। ਪ੍ਰੋਫੈਸਰ ਆਤਮ ਰੰਧਾਵਾ ਹੋਰੀ ਸਾਡੇ ਨਾਲ ਨੇ, ਉਹ ਆਪਣੇ ਪੱਧਰ ਤੇ ਆਪਣਾ ਵਿਊ ਪੁਆਇੰਟ ਦੇਣਗੇ ਤੇ ਜਿਹੜੇ ਬਹੁਤ ਸਾਰੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਇੱਥੇ ਜੁੜੇ ਹੋਏ ਨੇ ਜ਼ੂਮ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਲਗਾਤਾਰ ਜੁੜ ਰਹੇ ਨੇ, ਅਸੀਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਮੈਂ ਇੱਕ ਵਾਰ ਤਰਤੀਬ ਦੱਸ ਰਿਹਾ ਕਿ ਕਿਹੜੀ ਤਰਤੀਬ ਦੇ ਵਿੱਚ ਅਸੀਂ ਸ਼ਾਇਰਾਂ ਨੂੰ ਸੁਣਾਂਗੇ ਤੇ ਸ਼ਾਇਰਾਂ ਨੂੰ ਬੇਨਤੀ ਇਹ ਹੈ ਕਿ 5 ਤੋਂ ਲੈ ਕੇ 6 ਮਿੰਟ ਦੇ ਵਿੱਚ ਆਪਣੀਆਂ ਕੋਈ 2 ਕਵਿਤਾਵਾਂ ਸਾਡੇ ਨਾਲ ਸਾਂਝੀਆਂ ਕਰਨ। ਤੇ ਤਰਤੀਬ ਇਹ ਹੈ, ਸਭ ਤੋਂ ਪਹਿਲਾਂ ਅਸੀਂ ਪਵਨਦੀਪ ਕੌਰ ਤੋਂ ਸਟਾਰਟ ਕਰਾਂਗੇ, ਉਸ ਤੋਂ ਬਾਅਦ ਗੁਰਦਿੱਤ ਸੇਖੋ ਹੋਰੀ, ਫਿਰ ਕਮਲ ਬਲਦ ਕਲਾਂ, ਫਿਰ ਲਖਵਿੰਦਰ ਸਿੰਘ, ਉਸ ਤੋਂ ਬਾਅਦ ਇੰਦਰਜੀਤ ਜਾਦੂ, ਫਿਰ ਗੁਰਪ੍ਰੀਤ ਕੌਰ, ਫਿਰ ਅਮਰਤ ਸਿੰਘ, ਫਿਰ ਕਮਲਦੀਪ ਜਲੂਰ, ਫਿਰ ਅਮਰਿੰਦਰ ਸੋਲ ਤੇ ਫਿਰ ਅਖੀਰ ਤੇ ਗੁਰਪ੍ਰੀਤ ਬੋੜਾਵਾਲ। ਇਹ 10 ਸ਼ਾਇਰ ਸਾਡੇ ਨਾਲ ਨੇ। 10 ਨੂੰ ਇਸ ਤਰਤੀਬ ਦੇ ਵਿੱਚ ਅਸੀਂ ਸੁਣਾਂਗੇ ਤੇ ਇੱਕੋ ਵਾਰ ਦੇ ਵਿੱਚ ਦੋਵੇਂ ਕਵਿਤਾਵਾਂ ਜਿਹੜੇ ਸਾਡੇ ਸ਼ਾਇਰ ਨੇ ਪੇਸ਼ ਕਰਨਗੇ। ਸੋ ਆਓ ਆਪਾਂ ਯੁਵਾ ਸ਼ਾਇਰੀ ਦੇ ਰੂਬਰੂ ਹੁੰਦੇ ਹੋਏ ਇਸ ਨਵੇਂ ਰੰਗ ਨੂੰ ਮਾਣੀਏ ਤੇ ਸ਼ੁਰੂ ਕਰੀਏ ਪਵਨਦੀਪ ਕੌਰ ਨਾਲ। ਪਵਨਦੀਪ ਕੌਰ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਹੈ, ਨਵੇਂ ਈਡੀਅਮ ਦੀ ਕਵਿਤਾ ਲਿਖਦੀ ਹੈ, ਨਵੀਂ ਚੇਤਨਾ ਉਸ ਕੋਲ, ਨਵਾਂ ਅਨੁਭਵ ਹੈ, ਨਵੇਂ ਰੰਗ ਨੇ। ਆਓ ਮਾਣਦੇ ਹਾਂ ਪਵਨਦੀਪ ਦੀ ਸ਼ਾਇਰੀ ਦਾ ਰੰਗ। ਪਵਨਦੀਪ, ਤੁਹਾਡਾ ਸਵਾਗਤ ਹੈ। ਥੈਂਕ ਯੂ ਸਰ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਇੱਕ ਸ਼ੇਅਰ ਨਾਲ ਆਪਦੀਆਂ 2 ਕਵਿਤਾਵਾਂ ਪੜੂੰਗੀ, ਇਸ ਤੋਂ ਬਾਅਦ ਸ਼ੇਅਰ ਨਾਲ ਸ਼ੁਰੂ ਕਰਦੀ ਜੀ। ਉਹ ਕਹਿੰਦੇ ਜੇ ਜਿਉਣ ਲਈ ਆਕਸੀਜਨ ਚਾਹੀਦੀ ਏ ਤਾਂ ਸਿਉਂ ਲੈ ਤੂੰ ਮੂੰਹ ਆਪਣਾ। ਕੀ ਬਾਤ। ਉਹ ਕਹਿੰਦੇ ਜਿਉਣ ਲਈ ਆਕਸੀਜਨ ਚਾਹੀਦੀ ਏ ਤਾਂ ਸਿਉਂ ਲੈ ਤੂੰ ਮੂੰਹ ਆਪਣਾ। ਮੈਂ ਕਿਹਾ ਸੂਈ ਧਾਗਾ ਲਿਆ ਪਰੋ ਦਿਓ ਤੁਸਾਂ ਨੱਕ ਮੇਰਾ। ਮੈਂ ਕਿਹਾ ਸੂਈ ਧਾਗਾ ਲਿਆ ਪਰੋ ਦਿਓ ਤੁਸਾਂ ਨੱਕ ਮੇਰਾ। ਮੈਂ ਆਕਸੀਜਨ ਨਾਲ ਨਹੀਂ ਸ਼ਬਦਾਂ ਨਾਲ ਜਿਉਣਾ ਚਾਹੁੰਦੀ ਹਾਂ। ਮੈਂ ਆਕਸੀਜਨ ਨਾਲ ਨਹੀਂ ਸ਼ਬਦਾਂ ਨਾਲ ਜਿਉਣਾ ਚਾਹੁੰਦੀ ਹਾਂ। ਬਹੁਤ ਅੱਛੀ। ਇਸ ਤੋਂ ਬਾਅਦ ਇੱਕ ਕਵਿਤਾ ਹੈਗੀ, ਉਹ ਮੈਂ ਲੋਕਡਾਊਨ ਦੇ ਨਜ਼ਰੀਏ ਤੋਂ ਲਿਖੀ ਸੀ। ਜਦੋਂ ਲੋਕਡਾਊਨ ਲੱਗਿਆ ਸੀ ਤੇ ਅਸੀਂ ਸਾਰੇ ਘਰ ਬੈਠੇ ਸੀ। ਬਿਸਹੱਦੇ ਚ ਸਿਮਟੀ ਜ਼ਿੰਦਗੀ, ਕਈ ਮਹੀਨੇ ਬੀਤ ਗਏ ਘੜੀ ਦੀਆਂ ਸੂਈਆਂ ਵਾਂਗ ਇੱਕ ਹੀ ਦਾਇਰੇ ਚ ਚੱਕਰ ਕੱਟਦਿਆਂ। ਕਈ ਮਹੀਨੇ ਬੀਤ ਗਏ ਘੜੀ ਦੀਆਂ ਸੂਈਆਂ ਵਾਂਗ ਇੱਕ ਹੀ ਦਾਇਰੇ ਚ ਚੱਕਰ ਕੱਟਦਿਆਂ। ਇੱਕੋ ਜਿਹੇ ਦ੍ਰਿਸ਼ਾਂ ਸੰਗ ਜਿਉਂਦਿਆਂ, ਇੱਕੋ ਹੀ ਦਸਹੱਦੇ ਚ ਸਿਮਟਿਆਂ। ਜੀਵਨ ਦੀ ਵਿਭਿੰਨਤਾ ਜਾਣੀ ਅੱਖਰਾਂ ਤੋਂ ਪਾਰਲੀ ਘੜੀ ਦੀ ਹੱਦ ਚ ਸਿਮਟ ਗਈ ਹੈ। ਜੀਵਨ ਦੀ ਵਿਭਿੰਨਤਾ ਜਾਣੀ ਅੱਖਰਾਂ ਤੋਂ ਪਾਰਲੀ ਘੜੀ ਦੀ ਹੱਦ ਚ ਸਿਮਟ ਗਈ ਹੈ। ਪਰ ਦਸਹੱਦੇ ਪਾਰੋਂ ਆਉਂਦੀ ਹਵਾ ਚ ਜਦ ਕਦੇ ਡੂੰਘਾ ਸਾਹ ਭਰੀਦਾ ਹੈ ਤਾਂ ਮਨ ਹੱਦਾਂ ਤੋਂ ਪਾਰਲੀ ਨਵੀਨਤਾ ਚ ਪਹੁੰਚ ਜਾਂਦਾ ਹੈ। ਤਾਂ ਮਨ ਹੱਦਾਂ ਤੋਂ ਪਾਰਲੀ ਨਵੀਨਤਾ ਚ ਪਹੁੰਚ ਜਾਂਦਾ ਹੈ। ਇਸ ਛੋਟੇ ਜਿਹੇ ਦਾਇਰੇ ਚ ਜਿਉਂਦਿਆਂ ਸੋਚਦੀ ਹਾਂ, ਇਸ ਛੋਟੇ ਜਿਹੇ ਦਾਇਰੇ ਚ ਜਿਉਂਦਿਆਂ ਸੋਚਦੀ ਹਾਂ, ਇਸ ਦਾਇਰੇ ਤੋਂ ਪਾਰ ਜਾ ਵੀ ਤਾਂ ਕਿਸੇ ਦਾਇਰੇ ਚ ਹੀ ਜਿਉਣਾ। ਦਸਹੱਦੇ ਤੀਕ ਦੇਖਦਿਆਂ ਦਸਹੱਦੇ ਤੋਂ ਪਾਰ ਕੁਝ ਚਿਤਵਨਾ। ਕਿਸੇ ਇੱਕ ਦਸਹੱਦੇ ਵੱਲ ਪਿੱਠ ਕਰ ਦੂਜੇ ਦਸਹੱਦੇ ਵੱਲ ਤੁਰਦਿਆਂ ਕਿਸੇ ਹੋਰ ਦਾਇਰੇ ਵੱਲ ਤੁਰ ਪੈਣਾ। ਕਿਸੇ ਇੱਕ ਦਸਹੱਦੇ ਵੱਲ ਪਿੱਠ ਕਰ ਕਿਸੇ ਦੂਜੇ ਦਸਹੱਦੇ ਵੱਲ ਤੁਰਦਿਆਂ ਦੇਖਦਿਆਂ ਕਿਸੇ ਹੋਰ ਦਾਇਰੇ ਵੱਲ ਤੁਰ ਪੈਣਾ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਵਧੀਆ। ਇੱਕ ਕਵਿਤਾ ਹੈਗੀ ਨਿਰਵਾਣ, ਉਹਦਾ ਨਾਮ ਹੈ ਜੀ। ਚੱਲ ਆਪਾਂ ਦੁਨੀਆ ਤੋਂ ਪਾਰ, ਚੱਲ ਆਪਾਂ ਦੁਨੀਆ ਤੋਂ ਪਾਰ ਬੱਦਲਾਂ ਦੇ ਓਲੇ ਤਾਰਿਆਂ ਦੀ ਛਾਵੇਂ ਮਿਲੀਏ। ਬਹੁਤ ਅੱਛਾ। ਚੱਲ ਆਪਾਂ ਦੁਨੀਆ ਤੋਂ ਪਾਰ ਬੱਦਲਾਂ ਦੇ ਓਲੇ ਤਾਰਿਆਂ ਦੀ ਛਾਵੇਂ ਮਿਲੀਏ, ਜਿੱਥੇ ਨਾਵਾਂ ਦੇ ਅੱਗੇ ਪਿੱਛੇ ਤਖੱਲਸ ਨਾ ਲੱਗਦੀ ਹੋਣ। ਕੀ ਬਾਤ। ਜਿੱਥੇ ਨਾਵਾਂ ਦੇ ਅੱਗੇ ਪਿੱਛੇ ਤਖੱਲਸ ਨਾ ਲੱਗਦੇ ਹੋਣ, ਨਾ ਜਾਤਾਂ ਗੋਤਾਂ ਦਾ ਦਾਇਰਾ ਹੋਵੇ ਤੇ ਨਾ ਹੀ ਹੋਵੇ ਧਰਮ ਦੀ ਕੋਈ ਬੰਦਿਸ਼। ਆਪਾਂ ਦੁਨੀਆ ਦੀ ਦਲਦਲ ਤੋਂ ਉੱਪਰ ਉੱਠ ਇਨਸਾਨ ਬਣ ਮਿਲੀਏ। ਚੱਲ ਛੇਤੀ ਕਰ
ਕਿਤੇ ਦੇਰ ਨਾ ਹੋ ਜਾਏ। ਆਪਾਂ ਇਨਸਾਨੀਅਤ ਦਾ ਸੂਰਜ ਚੜਾ, ਅੱਜ ਨਿਰਵਾਣ ਦੀ ਪ੍ਰਾਪਤੀ ਕਰੀਏ। ਆਪਾਂ ਇਨਸਾਨੀਅਤ ਦਾ ਸੂਰਜ ਚੜਾ, ਅੱਜ ਨਿਰਵਾਣ ਦੀ ਪ੍ਰਾਪਤੀ ਕਰੀਏ। ਬਹੁਤ ਅੱਛੇ, ਬਹੁਤ ਅੱਛੇ। ਪਵਨਦੀਪ, ਬਹੁਤ ਵਧੀਆ, ਤੁਸੀਂ ਬਿਲਕੁਲ ਨਵੇਂ ਮੈਟਾਫਰ ਦੀ ਗੱਲ ਕੀਤੀ ਹੈ। ਨਿਰਵਾਣ ਦਾ ਮੈਟਾਫਰ ਨਵੇਂ ਤਰੀਕੇ ਨਾਲ ਡੀਕੋਡ ਹੋ ਰਿਹਾ ਤੁਹਾਡੀ ਕਵਿਤਾ ਦੇ ਵਿੱਚ। ਬਹੁਤ ਅੱਛਾ। ਇਹ ਸੀ ਪਵਨਦੀਪ ਜਿਨ੍ਹਾਂ ਨੂੰ ਤੁਸੀਂ ਹੁਣ ਮਾਣਿਆ। ਇਸ ਤੋਂ ਬਾਅਦ ਗੁਰਦਿੱਤ ਸੇਖੋਂ ਜੇ ਸਾਡੇ ਨਾਲ ਜੁੜ ਚੁੱਕਿਆ, ਪਲੀਜ਼ ਦੱਸਣ ਉਹ। ਗੁਰਦਿੱਤ ਸੇਖੋਂ ਜੀ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ। ਉਹਨਾਂ ਦੀ ਆਡੀਓ ਦੀ ਥੋੜੀ ਜਿਹੀ ਪ੍ਰੋਬਲਮ ਸੀ, ਨਹੀਂ ਤਾਂ ਉਹਨਾਂ ਨੂੰ ਅਸੀਂ ਬਾਅਦ ਦੇ ਵਿੱਚ ਸੁਣਾਂਗੇ। ਜੀ, ਗੁਰਦਿੱਤ ਸੇਖੋਂ ਤੋਂ ਬਾਅਦ ਸਾਡੇ ਨਾਲ ਨੇ ਕਮਲ ਬਲਦ ਕਲਾਂ। ਇਸ ਨੌਜਵਾਨ ਨੂੰ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕਿਸਾਨੀ ਸੰਘਰਸ਼ ਦੇ ਨਾਲ ਵਿਦਿਆਰਥੀਆਂ ਦੇ ਸੰਘਰਸ਼ ਤੇ ਹੋਰ ਹਰ ਪ੍ਰਕਾਰ ਦੇ ਸੰਘਰਸ਼ਾਂ ਦੇ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਦੇਖਿਆ। ਸੰਘਰਸ਼ ਤੇ ਕਵਿਤਾ ਇਹਦੀ ਜ਼ਿੰਦਗੀ 'ਚ ਨਾਲੋਂ ਨਾਲ ਚੱਲਦੇ ਨੇ। ਸੋ ਆਓ ਆਪਾਂ ਸਵਾਗਤ ਕਰੀਏ ਕਮਲ ਬਲਦ ਕਲਾਂ ਦਾ। ਸ਼ੁਕਰੀਆ ਸਰ। ਸਰ ਇੱਕ ਛੋਟੀ ਕਵਿਤਾ ਹੈਗੀ ਖੁੱਲੀ ਕਵਿਤਾ 4 ਸਤਰਾਂ ਦੀ। ਉਸ ਤੋਂ ਬਾਅਦ ਫਿਰ ਮੈਂ ਇੱਕ ਗਜ਼ਲ ਜਿਹੜੀ ਸੁਣਾਉਂਗਾ। ਕਵਿਤਾ ਕਿ ਮੇਰੇ ਸੁਪਨੇ ਵਿੱਚ ਕੁਝ ਫਰਿਸ਼ਤੇ ਆਏ ਤੇ ਬੋਲੇ ਤੇਰਾ ਨਾਂ ਕੀ ਆ। ਮੇਰੇ ਸੁਪਨੇ ਵਿੱਚ ਕੁਝ ਫਰਿਸ਼ਤੇ ਆਏ ਤੇ ਬੋਲੇ ਤੇਰਾ ਨਾਂ ਕੀ ਆ। ਮੈਂ ਕਿਹਾ ਇਨਸਾਨ। ਤੇਰੀ ਜਾਤ ਕੀ ਆ। ਮੈਂ ਕਿਹਾ ਇਨਸਾਨੀਅਤ। ਤੇਰਾ ਧਰਮ ਕੀ ਆ। ਮੈਂ ਕਿਹਾ ਸਮਾਜ ਸੇਵਾ। ਉਹ ਪਿੱਛੇ ਮੁੜੇ ਤੇ ਜਾਂਦੇ ਜਾਂਦੇ ਬੋਲੇ ਅਸੀਂ ਗਲਤ ਜਗਾ ਗਏ, ਇਹ ਭਾਰਤ ਨਹੀਂ ਹੋ ਸਕਦਾ। ਕਿਆ ਬਾਤ ਹੈ, ਕਿਆ ਬਾਤ ਹੈ। ਸ਼ੁਕਰੀਆ। ਤੇ ਇੱਕ ਸਰ ਗਜ਼ਲ ਹੈ ਕਿ ਜੁਦਾਈ ਵਕਤ ਉਹ ਗਹਿਰਾ ਜਿਹਾ ਕੁਝ ਮੁਸਕਰਾਈ ਸੀ। ਜੁਦਾਈ ਵਕਤ ਉਹ ਗਹਿਰਾ ਜਿਹਾ ਕੁਝ ਮੁਸਕਰਾਈ ਸੀ ਕਿ ਜਿਸਨੇ ਆਖਰੀ ਸਾਹ ਤੱਕ ਨਿਭਣ ਦੀ ਕਸਮ ਖਾਈ ਸੀ। ਜੁਦਾਈ ਵਕਤ ਉਹ ਗਹਿਰਾ ਜਿਹਾ ਕੁਝ ਮੁਸਕਰਾਈ ਸੀ ਕਿ ਜਿਸਨੇ ਆਖਰੀ ਸਾਹ ਤੱਕ ਨਿਭਣ ਦੀ ਕਸਮ ਖਾਈ ਸੀ। ਅਜੇ ਵੀ ਸਾਂਭ ਕੇ ਰੱਖੀ ਮੇਰੇ ਤੋਂ ਨਾ ਮਿਟਾ ਹੋਈ। ਅਜੇ ਵੀ ਸਾਂਭ ਕੇ ਰੱਖੀ ਮੇਰੇ ਤੋਂ ਨਾ ਮਿਟਾ ਹੋਈ। ਅਸੀਂ ਜੋ ਕੋਡ ਲੋਗੋ ਦੇ ਕਦੇ ਫੋਟੋ ਖਿਚਾਈ ਸੀ। ਅਜੇ ਵੀ ਸਾਂਭ ਕੇ ਰੱਖੀ ਮੇਰੇ ਤੋਂ ਨਾ ਮਿਟਾ ਹੋਈ। ਅਸੀਂ ਜੋ ਕੋਡ ਲੋਗੋ ਦੇ ਕਦੇ ਫੋਟੋ ਖਿਚਾਈ ਸੀ। ਸ਼ੇਰ ਦੇਖਣਾ, ਬੜਾ ਕੁਝ ਸਿੱਖਿਆ ਉਸ ਤੋਂ ਤੇ ਇੱਕ ਗੱਲ ਹੋਰ ਵੀ ਦੱਸਾਂ। ਬੜਾ ਕੁਝ ਸਿੱਖਿਆ ਉਸ ਤੋਂ ਤੇ ਇੱਕ ਗੱਲ ਹੋਰ ਵੀ ਦੱਸਾਂ। ਜਵਾਕਾਂ ਵਾਂਗ ਕਮਲੀ ਨੇ ਮੈਨੂੰ ਉਰਦੂ ਸਿਖਾਈ ਸੀ। ਕਿਆ ਬਾਤ ਹੈ, ਕਿਆ ਬਾਤ। ਬੜਾ ਕੁਝ ਸਿੱਖਿਆ ਉਸ ਤੋਂ ਤੇ ਇੱਕ ਗੱਲ ਹੋਰ ਵੀ ਦੱਸਾਂ। ਜਵਾਕਾਂ ਵਾਂਗ ਕਮਲੀ ਨੇ ਮੈਨੂੰ ਉਰਦੂ ਸਿਖਾਈ ਸੀ। ਆਖਰੀ ਸ਼ੇਰ ਆ ਕਿ ਜ਼ਮਾਨਾ ਬੀਤ ਚੁੱਕਾ ਹੈ ਮਗਰ ਮੈਂ ਸੋਚਦਾ ਹੁਣ ਵੀ। ਜ਼ਮਾਨਾ ਬੀਤ ਚੁੱਕਾ ਹੈ ਮਗਰ ਮੈਂ ਸੋਚਦਾ ਹੁਣ ਵੀ। ਉਹ ਹੱਸਦੇ ਚਿਹਰੇ ਵਾਲੀ ਮੈਂ ਕਿਵੇਂ ਰੋ ਰੋ ਗਵਾਈ ਸੀ। ਜ਼ਮਾਨਾ ਬੀਤ ਚੁੱਕਾ ਹੈ ਮਗਰ ਮੈਂ ਸੋਚਦਾ ਹੁਣ ਵੀ। ਉਹ ਹੱਸਦੇ ਚਿਹਰੇ ਵਾਲੀ ਮੈਂ ਕਿਵੇਂ ਰੋ ਰੋ ਗਵਾਈ ਸੀ। ਸ਼ੁਕਰੀਆ ਸਰ। ਬਹੁਤ ਵਧੀਆ ਕਮਲ, ਬਹੁਤ ਅੱਛੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਇਸੇ ਤਰ੍ਹਾਂ ਲਿਖਦੇ ਰਹੋ ਖੂਬਸੂਰਤੀ ਨਾਲ। ਤੁਹਾਡੇ ਤੋਂ ਹੋਰ ਅੱਛੀ ਕਵਿਤਾ ਦੀ ਸਾਡੇ ਤੋਂ ਆਸ ਹੈ। ਹਾਂਜੀ, ਇਸ ਤੋਂ ਬਾਅਦ ਅਸੀਂ ਅਸਲੋਂ ਹੀ ਨਵੇਂ ਬਿਲਕੁਲ ਜਿਹੜੇ ਥੋੜਾ ਜਿਹਾ ਸਮਾਂ ਪਹਿਲਾਂ ਜਿਨ੍ਹਾਂ ਨੇ ਲਿਖਣਾ ਸ਼ੁਰੂ ਕੀਤਾ, ਲਖਵਿੰਦਰ ਸਿੰਘ ਨੂੰ ਮਿਲਦੇ ਹਾਂ। ਲਖਵਿੰਦਰ ਸਿੰਘ ਫੌਜ ਦੇ ਵਿੱਚ ਕੁਝ ਸਮਾਂ ਜੌਬ ਕਰਕੇ ਆਇਆ। ਫੌਜ ਦੀ ਜਿਹੜੀ ਨੀਰਸ ਜ਼ਿੰਦਗੀ ਹੁੰਦੀ ਹੈ ਉਹਦੇ ਵਿੱਚੋਂ ਕੁਝ ਪਲ ਚੁਰਾ ਕੇ ਉਹ ਪੜ੍ਹਦਾ ਸੀ ਤੇ ਆਪਣੀ ਸੰਵੇਦਨਾ ਨੂੰ ਬਚਾ ਕੇ ਕਿਤੇ ਨਾ ਕਿਤੇ ਲਿਖਦਾ ਸੀ। ਤੇ ਹੁਣ ਫੌਜ ਤੋਂ ਬਾਅਦ ਉਹ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਰਿਹਾ ਹੈ ਤੇ ਉਸ ਜ਼ਿੰਦਗੀ ਦੇ ਵਿੱਚ ਕਵਿਤਾ ਵੀ ਲਖਵਿੰਦਰ ਦੇ ਨਾਲ ਚੱਲਦੀ ਹੈ। ਮੈਂ ਲਖਵਿੰਦਰ ਦਾ ਸਵਾਗਤ ਕਰਦਾ ਬਿਲਕੁਲ ਨਵੇਂ ਸ਼ਾਇਰ ਦੇ ਰੂਪ ਦੇ ਵਿੱਚ। ਲਖਵਿੰਦਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸ਼ੁਕਰੀਆ ਸਰ, ਬਹੁਤ ਬਹੁਤ ਮਿਹਰਬਾਨੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੀ ਪਹਿਲੀ ਗਜ਼ਲ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਜੀ। ਗਜ਼ਲ ਦਾ ਮਤਲਬ ਹੈ ਕਿ ਅੱਖਰ ਮੇਰੇ ਖਿਆਲ ਚੁਰਾਈ ਜਾਂਦੇ ਨੇ। ਅੱਖਰ ਮੇਰੇ ਖਿਆਲ ਚੁਰਾਈ ਜਾਂਦੇ ਨੇ। ਸਦਮੇ ਕਾਲੇ ਵਾਲ ਚੁਰਾਈ ਜਾਂਦੇ ਨੇ। ਕਿਆ ਬਾਤ ਹੈ, ਬਹੁਤ ਅੱਛਾ। ਅੱਖਰ ਮੇਰੇ ਖਿਆਲ ਚੁਰਾਈ ਜਾਂਦੇ ਨੇ। ਸਦਮੇ ਕਾਲੇ ਵਾਲ ਚੁਰਾਈ ਜਾਂਦੇ ਨੇ। ਸ਼ੇਰ ਦੇਖਣਾ ਕਿ ਅੱਖਰ ਰੂਪ ਬਟਾ ਕੇ ਸ਼ਬਦ ਵਾਕੰਸ਼ਾਂ ਦਾ। ਅੱਖਰ ਰੂਪ ਬਟਾ ਕੇ ਸ਼ਬਦ ਵਾਕੰਸ਼ਾਂ ਦਾ
ਮੇਰੇ ਦਿਲ ਦਾ ਹਾਲ ਚੁਰਾਈ ਜਾਂਦੇ ਨੇ। ਬਹੁਤ ਅੱਛਾ। ਸ਼ੇਰ ਦੇਖਣਾ ਕਿ ਮੌਤ ਵੱਲ ਨੂੰ ਵੱਧਦੇ ਪੈਂਡੇ ਉਮਰਾਂ ਦੇ, ਮੌਤ ਵੱਲ ਨੂੰ ਵੱਧਦੇ ਪੈਂਡੇ ਉਮਰਾਂ ਦੇ, ਪਲ ਪਲ ਬਣ ਕੇ ਸਾਲ ਚੁਰਾਈ ਜਾਂਦੇ ਨੇ। ਬਹੁਤ ਖੂਬ। ਸ਼ੇਰ ਦੇਖਣਾ ਕਿ ਚੜ੍ਹਦੀ ਉਮਰੇ ਸੰਸੇ ਝੋਰੇ ਜ਼ਿੰਦਗੀ ਦੀ, ਚੜ੍ਹਦੀ ਉਮਰੇ ਸੰਸੇ ਝੋਰੇ ਜ਼ਿੰਦਗੀ ਦੀ, ਥੋੜ ਚਿਰੀ ਖੁਸ਼ਹਾਲ ਚਰਾਈ ਜਾਂਦੇ ਨੇ। ਕਾਬਲੇ ਗੌਰ ਸ਼ੇਰ ਦੇਖਣਾ ਕਿ ਸੱਜਣ ਝਾਂਜਰ ਦੇ ਕੇ ਗੋਰੇ ਪੈਰਾਂ ਨੂੰ, ਵਾਹ। ਸੱਜਣ ਝਾਂਜਰ ਦੇ ਕੇ ਗੋਰੇ ਪੈਰਾਂ ਨੂੰ, ਕਦਮਾਂ ਵਿਚਲਾ ਤਾਲ ਚੁਰਾਈ ਜਾਂਦੇ ਨੇ। ਕੀ ਬਾਤ ਹੈ। ਆਖਰੀ ਸ਼ੇਰ ਹੈ ਗਜ਼ਲ ਦਾ ਕਿ ਲਾਲਚ ਦੇ ਵਿੱਚ ਆ ਕੇ ਭੌਰੇ ਸੁਣਿਆ ਮੈਂ, ਲਾਲਚ ਦੇ ਵਿੱਚ ਆ ਕੇ ਭੌਰੇ ਸੁਣਿਆ ਮੈਂ, ਫੁੱਲਾਂ ਨੂੰ ਛੱਡ ਡਾਲ ਚੁਰਾਈ ਜਾਂਦੇ ਨੇ। ਅੱਖਰ ਮੇਰੇ ਖਿਆਲ ਚੁਰਾਈ ਜਾਂਦੇ ਨੇ, ਸਦਮੇ ਕਾਲੇ ਵਾਲ ਚੁਰਾਈ ਜਾਂਦੇ ਨੇ। ਬਹੁਤ ਅੱਛੇ, ਬਹੁਤ ਵਧੀਆ। ਸ਼ੁਕਰੀਆ ਸਰ, ਸ਼ੁਕਰੀਆ ਜੀ। ਦੂਸਰੀ ਗਜ਼ਲ ਹੈ ਸਰ, ਗਜ਼ਲ ਦਾ ਮਤਲਬ ਹੈ ਕਿ ਸਾਡੇ ਹਿੱਸੇ ਜਿਹੜੀ ਚੀਜ਼ ਵੀ ਆਈ ਏ, ਆਪਾਂ ਉਹੀ ਹੱਸ ਕੇ ਗੱਲ ਨਾਲ ਲਾਈਏ। ਸਾਡੇ ਹਿੱਸੇ ਜਿਹੜੀ ਚੀਜ਼ ਵੀ ਆਈ ਏ, ਆਪਾਂ ਉਹੀ ਹੱਸ ਕੇ ਗੱਲ ਨਾਲ ਲਾਈਏ। ਕਈ ਵਾਰੀ ਬੁੱਲਾਂ ਤੋਂ ਰਾਜ ਛੁਪਾਏ ਮੈਂ, ਕਈ ਵਾਰੀ ਬੁੱਲਾਂ ਤੋਂ ਰਾਜ ਛੁਪਾਏ ਮੈਂ, ਕਈ ਵਾਰੀ ਲਫ਼ਜ਼ਾਂ ਨੂੰ ਪੀੜ ਸੁਣਾਈਏ। ਵਾਹ, ਬਹੁਤ ਅੱਛਾ। ਸ਼ੇਰ ਦੇਖਣਾ ਕਿ ਸਾਨੂੰ ਲਿਖਣਾ ਗਾਉਣਾ ਕਿੱਥੇ ਆਉਂਦਾ ਸੀ, ਸਾਨੂੰ ਲਿਖਣਾ ਗਾਉਣਾ ਕਿੱਥੇ ਆਉਂਦਾ ਸੀ, ਇਹ ਤਾਂ ਸੋਹਣੇ ਸੱਜਣਾ ਦੀ ਵਡਿਆਈ ਏ। ਸ਼ੇਰ ਦੇਖਣਾ ਕਿ ਕਈ ਵਾਰੀ ਕੰਡਿਆਂ ਨਾਲ ਖਹਿ ਕੇ ਲੰਘੇ ਹਾਂ, ਕਈ ਵਾਰੀ ਕੰਡਿਆਂ ਨਾਲ ਖਹਿ ਕੇ ਲੰਘੇ ਹਾਂ, ਕਈ ਵਾਰੀ ਫੁੱਲਾਂ ਤੋਂ ਜਾਨ ਬਚਾਈਏ। ਵਾਹ, ਬਹੁਤ ਅੱਛਾ। ਸ਼ੇਰ ਦੇਖਣਾ ਕਿ ਤੇਰਾ ਆਉਣਾ ਜ਼ਿੰਦਗੀ ਦੇ ਵਿੱਚ ਏਦਾਂ ਦਾ, ਤੇਰਾ ਆਉਣਾ ਜ਼ਿੰਦਗੀ ਦੇ ਵਿੱਚ ਏਦਾਂ ਦਾ, ਜਿੱਦਾਂ ਕਿਸਮਤ ਦਰ ਤੇ ਅਲਖ ਜਗਾਈਏ। ਵਾਹ। ਹਾਂਜੀ ਲਖਵਿੰਦਰ। ਮੇਰੇ ਖਿਆਲ ਚ ਨੈਟਵਰਕ ਟੁੱਟ ਗਿਆ ਲਖਵਿੰਦਰ ਹੋਰਾਂ ਦਾ। ਸੋ ਇਸ ਨਵੇਂ ਸ਼ਾਇਰ ਦੇ ਕੁਝ ਸ਼ੇਰਾਂ ਤੋਂ ਅਸੀਂ ਇਸ ਸ਼ਾਇਰ ਦੀ ਗੰਭੀਰਤਾ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਤਰ੍ਹਾਂ ਨਵੇਂ ਨੌਜਵਾਨ ਅੱਜ ਦੇ ਦੌਰ ਦੀ ਸੰਵੇਦਨਾ ਦੇ ਨਾਲ ਜੁੜੇ ਹੋਏ ਨੇ ਤੇ ਕਵਿਤਾ ਦੇ ਨਾਲ ਜੁੜੇ ਹੋਏ ਨੇ ਤੇ ਲਗਾਤਾਰ ਲਿਖ ਰਹੇ ਨੇ। ਅਸੀਂ ਇਹਨਾਂ ਕਵੀਆਂ ਨੂੰ ਜਾਣਨਾ, ਸਮਝਣਾ, ਪਛਾਣਨਾ ਜ਼ਰੂਰੀ ਹੈ ਸਾਡੇ ਲਈ ਤੇ ਇਸ ਪ੍ਰੋਗਰਾਮ ਦਾ ਇਹ ਵੀ ਆਪਣਾ ਇੱਕ ਮਹੱਤਵ ਹੈ। ਲਖਵਿੰਦਰ ਸਿੰਘ ਦਾ ਨੈਟਵਰਕ ਟੁੱਟਣ ਕਰਕੇ ਸਾਡੇ ਨਾਲ ਦੁਬਾਰਾ ਨਹੀਂ ਜੁੜ ਸਕਿਆ ਤੇ ਆਪਾਂ ਅੱਗੇ ਵਧਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਇੰਦਰਜੀਤ ਜਾਦੂ। ਇੰਦਰਜੀਤ ਜਾਦੂ ਵੀ ਇਸੇ ਤਰ੍ਹਾਂ ਦਾ ਨੌਜਵਾਨ ਹੈ ਜਿਹੜਾ ਪੜ੍ਹ ਵੀ ਰਿਹਾ, ਪੜ੍ਹਾ ਵੀ ਰਿਹਾ ਤੇ ਪੜ੍ਹਾਉਣ ਦੇ ਨਾਲ ਨਾਲ ਰੋਜ਼ੀ ਰੋਟੀ ਦੇ ਲਈ ਹੋਰ ਬਹੁਤ ਸਾਰੇ ਕੰਮ ਕਰ ਰਿਹਾ ਹੈ। ਇਹਨਾਂ ਦੇ ਕੁਝ ਕੰਮ ਅਗਲੇ ਦਿਨਾਂ ਦੇ ਵਿੱਚ ਸਾਹਮਣੇ ਆ ਰਹੇ ਨੇ। ਸੋ ਇੰਦਰਜੀਤ ਜਾਦੂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਕਵਿਤਾ ਏ ਅੱਗ ਤੇ ਪਾਣੀ। ਜੀ। ਮਾਂ ਨਾਨਕੇ ਗਈ ਹੋਈ ਹੈ, ਬਾਪੂ ਨੇ ਮਾਂ ਦੇ ਕੰਮ ਸਾਂਭ ਲਏ ਨੇ। ਕੀ ਬਾਤ ਹੈ। ਮਾਂ ਨਾਨਕੇ ਗਈ ਹੋਈ ਹੈ, ਬਾਪੂ ਨੇ ਮਾਂ ਦੇ ਕੰਮ ਸਾਂਭ ਲਏ ਨੇ। ਬਾਲਣ ਤੋਂ ਅੱਗ ਮਚਾ, ਲਾਟਾਂ ਮਾਰਦਾ ਭਾਂਬੜ ਕੱਢ ਲਿਆ। ਸਬਜ਼ੀ ਰਿੱਝ ਜਾਣ ਤੋਂ ਬਾਅਦ ਤਵਾ ਚੁੱਲ੍ਹੇ ਧਰ ਰੋਟੀ ਆਪ ਬਣਾ ਲਈ ਉਸਨੇ। ਫਿਰ ਮੱਚ ਰਹੀ ਅੱਗ ਨੂੰ ਵਾਧੂ ਸਮਝ ਪਾਣੀ ਪਾ ਦਿੱਤਾ ਉਸ ਤੇ। ਫਿਰ ਮੱਚ ਰਹੀ ਅੱਗ ਨੂੰ ਵਾਧੂ ਸਮਝ ਪਾਣੀ ਪਾ ਦਿੱਤਾ ਉਸ ਤੇ। ਮਾਂ ਹੁੰਦੀ ਇਸ ਤਰ੍ਹਾਂ ਨਾ ਕਰਦੀ। ਅੱਗ ਤੇ ਪਾਣੀ ਪਾਉਣ ਨੂੰ ਉਹ ਪਾਪ ਸਮਝਦੀ ਹੈ। ਬਹੁਤ ਅੱਛਾ। ਦੂਸਰੀ ਕਵਿਤਾ ਹੈ ਜੀ ਦੋ ਟਿਕਟਾਂ। ਇਹ ਨਿੱਕੇ ਨਿੱਕੇ 5 ਪੜਾਵਾਂ ਚ ਹੈ ਜੀ, ਜੀ। ਅਲੱਗ ਅਲੱਗ। ਜਿਹੜਾ ਪਹਿਲਾ ਪੜਾਅ ਹੈਗਾ ਉਹ
ਉਮਰ ਦਾ ਕੱਚਾ ਪੜਾ ਇਸ ਲਈ ਥੋੜਾ ਜਿਹਾ ਕੱਚਾ ਹੈਗਾ ਤੇ ਉਹ ਥੋੜਾ ਜਿਹਾ ਬਰਦਾਸ਼ਤ ਕਰ ਲਿਓ। ਤੇ ਬਾਕੀ 4 ਮੈਨੂੰ ਉਮੀਦ ਆ ਤੁਹਾਨੂੰ ਜ਼ਿਆਦਾ ਵਧੀਆ ਲੱਗਣਗੇ ਜੀ। ਕਵਿਤਾ 2 ਟਿਕਟਾਂ। ਕਾਲਜ ਜਾਂਦੇ ਆ ਉਸੇ ਬੱਸ ਤੇ ਚੜ੍ਹਨਾ ਤੇ ਦੂਰੋਂ ਦੇਖਦੇ ਰਹਿਣਾ, ਬਤਾਉਣਾ ਤਾਂ ਦੂਰ ਕੋਲ ਵੀ ਨਾ ਬਹਿ ਪਾਉਣਾ। ਇੱਕ ਦਿਨ ਬਟੂਆ ਘਰ ਭੁੱਲ ਆਇਆ, ਕੰਡਕਟਰ ਨੇ ਮੈਨੂੰ ਬੱਸ ਚੋਂ ਉਤਾਰ ਲਈ ਸੀਟੀ ਮਾਰ ਦਿੱਤੀ। ਇੱਕ ਦਿਨ ਬਟੂਆ ਘਰ ਭੁੱਲ ਆਇਆ, ਕੰਡਕਟਰ ਨੇ ਮੈਨੂੰ ਬੱਸ ਚੋਂ ਉਤਾਰਨ ਲਈ ਸੀਟੀ ਮਾਰ ਦਿੱਤੀ। ਉਸ ਕੁੜੀ ਨੇ 2 ਟਿਕਟਾਂ ਲੈ ਲਈਆਂ ਤੇ ਬੱਸ ਤੁਰ ਪਈ। ਕਿਆ ਬਾਤ ਹੈ। ਉਸ ਤੋਂ ਬਾਅਦ ਸਦਾ ਕਾਲਜ ਕੰਟੀਨ 2 ਕੂਪਨ ਲਏ ਮੈਂ, ਸਿਨੇਮੇ ਸਦਾ 2 ਟਿਕਟਾਂ ਲਈਆਂ। ਅਗਲਾ ਪੜਾਇਆ ਜੀ। ਮੁੱਦਤ ਹੋ ਗਈ ਹੈ ਉਹਦਾ ਵਿਆਹ ਹੋਏ ਨੂੰ, ਮੁੱਦਤ ਹੋ ਗਈ ਹੈ ਉਹਦਾ ਵਿਆਹ ਹੋਏ ਨੂੰ। ਜਦ ਕਦੇ ਵੀ ਸਫ਼ਰ ਕਰਦਿਆਂ ਉਹਦੀ ਯਾਦ ਆਉਂਦੀ ਹੈ ਤਾਂ 2 ਟਿਕਟਾਂ ਲੈ ਲੈਂਦਾ। ਬਹੁਤ ਅੱਛੇ, ਬਹੁਤ ਅੱਛੇ। ਧੰਨਵਾਦ ਜੀ। ਤੀਸਰਾ ਪੜਾਇਆ ਜੀ। ਸਫ਼ਰ ਕਰਦਿਆਂ ਅੱਜ ਫੇਰ ਨਾਲ ਆ ਬੈਠੀ ਉਹਦੀ ਯਾਦ। ਸਫ਼ਰ ਕਰਦਿਆਂ ਅੱਜ ਫੇਰ ਨਾਲ ਆ ਬੈਠੀ ਉਹਦੀ ਯਾਦ। ਮੈਂ ਕੰਡਕਟਰ ਨੂੰ 2 ਟਿਕਟਾਂ ਕੱਟਣ ਨੂੰ ਆਖਦਾ। ਉਹਨੂੰ ਪਤਾ ਹੈ ਮੇਰਾ, ਮੈਂ ਕਦੇ ਕਦੇ ਖਾਮ-ਖਾਂ 2 ਟਿਕਟਾਂ ਲੈਂਦਾ। ਉਹ ਪੈਸੇ 2 ਟਿਕਟਾਂ ਦੇ ਕੱਟ 1 ਟਿਕਟ ਮੈਨੂੰ ਦੇ ਕੇ ਅੱਗੇ ਨਿਕਲ ਗਿਆ। ਮੈਨੂੰ ਕੰਡਕਟਰ ਤੇ ਗੁੱਸਾ ਆ ਰਿਹਾ ਹੈ, ਉਸਨੇ ਉਹਦੀ ਯਾਦ ਦਾ ਕਤਲ ਕਰਨਾ ਚਾਹਿਆ। ਕਿਆ ਬਾਤ ਹੈ, ਕਿਆ ਬਾਤ ਹੈ। ਧੰਨਵਾਦ ਜੀ। 1 ਟਿਕਟ ਮੇਰੇ ਕਿਸੇ ਕੰਮ ਦੀ ਨਹੀਂ, ਉਹ ਮੈਂ ਬੱਸ 'ਚ ਸੁੱਟ ਦਿੱਤੀ ਹੈ ਤੇ ਰਾਹ 'ਚ ਉੱਠ ਗਿਆ। 1 ਟਿਕਟ ਨਾਲ ਅਧੂਰਾ ਸਫ਼ਰ ਤੈਅ ਕੀਤਾ ਜਾ ਸਕਦਾ, ਉਹ ਮੈਂ ਕਰ ਲਿਆ ਹੈ। ਚੌਥਾ ਪੜਾਇਆ ਜੀ। ਅਣਜਾਣ ਥਾਂ ਤੇ ਬੈਠਾ ਹਾਂ ਜਿੱਥੇ ਉਤਰ ਗਿਆ ਸਾਂ ਬੱਸ 'ਚੋਂ। ਅਣਜਾਣ ਥਾਂ ਤੇ ਬੈਠਾ ਹਾਂ ਜਿੱਥੇ ਉਤਰ ਗਿਆ ਸਾਂ ਬੱਸ 'ਚੋਂ। ਅਧੂਰਾ ਸਫ਼ਰ ਅਧੂਰਾ ਹੀ ਹੁੰਦਾ ਹੈ। ਨਵੀਂ ਬੱਸ ਉਡੀਕ ਰਿਹਾ ਤਾਂ ਜੋ ਰਹਿੰਦਾ ਸਫ਼ਰ ਪੂਰਾ ਕਰ ਲਿਆ ਜਾਏ। ਉਂਝ ਵੀ ਆਥਣ ਹੋਣ ਤੇ ਆਈ ਹੈ, ਦੁਪਹਿਰਾ ਢਲਣ ਲੱਗਾ। ਆਖਰੀ ਪੜਾਇਆ ਜੀ। ਦੁਪਹਿਰਾ ਢਲਣ ਤੇ ਹੈ, ਮੇਰੇ ਮਕਾਨ ਤੇ ਨਾਲ ਵਾਲੇ ਘਰ ਦਾ ਪਰਛਾਵਾਂ ਪੈਣ ਲੱਗਾ ਹੈ। ਦੁਪਹਿਰਾ ਢਲਣ ਤੇ ਹੈ, ਮੇਰੇ ਮਕਾਨ ਤੇ ਨਾਲ ਵਾਲੇ ਘਰ ਦਾ ਪਰਛਾਵਾਂ ਪੈਣ ਲੱਗਾ ਹੈ। ਅੱਜ ਕੰਮ ਤੋਂ ਪਰਤ ਰਿਹਾ, ਮੇਰੇ ਨਾਲ ਸੀਟ ਤੇ ਮੇਰੀ ਕੁਲੀਗ ਵੀ ਬੈਠੀ ਹੈ। ਬਟੂਏ 'ਚ ਸਭ ਵੱਡੇ ਨੋਟ ਨੇ, ਕੰਡਕਟਰ ਹੱਥ ਖੜੇ ਕਰ ਗਿਆ। ਲਾਸਟ ਹੈ ਜੀ। ਮੇਰੀ ਕੁਲੀਗ ਨੇ ਕੰਡਕਟਰ ਨੂੰ ਇੱਕ ਮੁਸਕਾਨ ਤੇ ਕੁਝ ਪੈਸੇ ਦੇ ਕੇ 2 ਟਿਕਟਾਂ ਕਟਾ ਲਈਆਂ। 2 ਟਿਕਟਾਂ ਕਟਾ ਲਈਆਂ। ਕਿਆ ਬਾਤ, ਬਹੁਤ ਅੱਛਾ, ਬਹੁਤ ਅੱਛਾ। ਬਹੁਤ ਹੀ ਸੂਖਮ ਕਿਸਮ ਦੇ ਜਿਹੜੇ ਜਜ਼ਬਾਤ ਨੇ ਇੰਦਰਜੀਤ ਜਾਦੂ ਨੇ ਆਪਣੀ ਕਵਿਤਾ ਦੇ ਵਿੱਚ ਪੇਸ਼ ਕੀਤੇ ਨੇ। ਬਹੁਤ ਬਹੁਤ ਧੰਨਵਾਦ ਇੰਦਰਜੀਤ ਜਾਦੂ, ਤੁਹਾਡੀਆਂ ਸਿਲਵਟਾਂ ਇਸੇ ਤਰ੍ਹਾਂ ਕਾਇਮ ਰਹਿਣ। ਬਹੁਤ ਸ਼ੁਕਰੀਆ ਜੀ। ਇਸ ਤੋਂ ਬਾਅਦ ਅਸੀਂ ਮਿਲਦੇ ਹਾਂ ਗੁਰਪ੍ਰੀਤ ਕੌਰ ਹੋਰਾਂ ਨੂੰ। ਗੁਰਪ੍ਰੀਤ ਕੌਰ ਕਿੱਤੇ ਵਜੋਂ ਅਧਿਆਪਕ ਹੈ, ਕਦੇ ਕਦੇ ਮਿੰਨੀ ਕਹਾਣੀ ਲਿਖਦੀ ਹੈ ਤੇ ਕਦੇ ਕਦੇ ਕਵਿਤਾਵਾਂ ਲਿਖਦੀ ਹੈ। ਜ਼ਿੰਦਗੀ ਦੀ ਸੂਖਮਤਾ ਦੇ ਵਿੱਚੋਂ ਕੁਝ ਪਲ ਫੜਨ ਦੀ ਕੋਸ਼ਿਸ਼ ਕਰਦੀ ਹੈ ਤੇ ਅੱਜ ਆਪਾਂ ਦੇਖਦੇ ਹਾਂ ਉਹਨਾਂ ਪਲਾਂ ਦੇ ਵਿੱਚ ਉਹ ਕਿਹੜੀ ਸੰਵੇਦਨਾ ਨੂੰ ਲੈ ਕੇ ਆਉਂਦੇ ਹੈ। ਗੁਰਪ੍ਰੀਤ ਕੌਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਸਰ ਜੀ। ਜੀ ਮੇਰੀ ਪਹਿਲੀ ਕਵਿਤਾ। ਤੇਰੀ ਧਰਤੀ ਮਾਂ। ਤੈਨੂੰ ਅਹਿਸਾਸ ਹੀ ਨਾ ਹੋਇਆ ਮੇਰੀ ਬੁੱਕਲ ਦਾ ਨਿੱਕ ਮਾਣਦਾ ਕਦੋਂ ਤੂੰ ਇੰਨਾ ਨਿਰਮੋਹਾ ਹੋ ਗਿਆ। ਮੇਰੇ ਵੰਡੇ ਮਿੱਠੇ ਮੇਵਿਆਂ ਦੇ ਸਵਾਦ ਚੱਖਦਾ ਕਦੋਂ ਤੂੰ ਮੇਰੀਆਂ ਜੜ੍ਹਾਂ ਜ਼ਹਿਰੀ ਕਰ ਗਿਆ। ਮੇਰੇ ਨਿਰਮਲ ਪਾਣੀ ਦੀਆਂ ਛੱਲਾਂ ਵਿੱਚ ਨਹਾ ਤਨ ਮਨ ਦੀ ਮੈਲ ਧੋਂਦਾ ਕਦੋਂ ਤੂੰ ਮੇਰਾ ਸਮੁੱਚਾ ਵਜੂਦ ਗੰਦਲਾ ਕਰ ਦਿੱਤਾ। ਮੈਂ ਝੱਲੀ ਮਮਤਾ ਦੇ ਵਿੱਚ ਗੜੁੱਚੀ ਤੇਰੀ ਤਰੱਕੀ ਦੇ ਸੰਦਲੀ ਸੁਪਨੇ ਬੁਣਦੀ ਰਹੀ ਤੇ ਤੂੰ ਉਧੇੜਦਾ ਰਿਹਾ ਮੇਰੇ ਤਨ ਦੀ ਰੰਗਲੀ ਬੂਟੀ ਜੋ ਨਿਰਾ ਮੇਰੇ ਤਨ ਦਾ ਨਹੀਂ ਮੇਰੀ ਰੂਹ ਦਾ ਲਿਬਾਸ ਸੀ, ਜਿਸ ਨੂੰ ਮੈਂ ਤੇਰੇ ਚੰਗੇ ਤੇ ਲੰਬੇਰੇ ਜੀਵਨ ਦੀਆਂ ਆਸਾਂ ਤੇ ਅਰਦਾਸਾਂ ਦੀਆਂ 2 ਸਲਾਈਆਂ ਲਾ ਕਾਦਰ ਤੋਂ ਰਹਿਮਤਾਂ ਤੇ ਬਖਸ਼ਿਸ਼ਾਂ ਭਰੇ ਸਭ ਰੰਗ ਮੰਗ ਰੀਝਾਂ ਤੇ ਦੁਆਵਾਂ ਸੰਗ ਰੰਗੀ ਉੱਨ ਲਾ ਬੁਣਦੀ ਰਹੀ ਤੇ ਤੂੰ ਉਧੇੜਦਾ ਰਿਹਾ ਕਪੁੱਤ ਬਣ। ਬਸ ਉਧੇੜਦਾ ਰਿਹਾ ਬੇਖੌਫ ਬੇਫਿਕਰ ਨਿਰਲੱਜ ਤਰੱਕੀ ਦੇ ਨਸ਼ੇ ਵਿੱਚ ਚੂਰ। ਮੈਂ ਮਮਤਾ ਹੱਥੋਂ ਮਜਬੂਰ ਤੇਥੋਂ ਮੁਖ ਵੀ ਤਾਂ ਨਹੀਂ ਮੋੜ ਸਕਦੀ। ਬਿਨਾਂ ਕੋਈ ਸ਼ਿਕਵਾ ਕੀਤਿਆਂ ਬਗੈਰ ਕੋਈ ਉਲਾਂਭਾ ਦਿੱਤਿਆਂ
ਆਖਰੀ ਸਾਹਾਂ ਤੀਕ ਤੇਰੇ ਲਈ ਦੁਆਵਾਂ ਮੰਗਦੀ ਰਹਾਂਗੀ, ਤੈਨੂੰ ਲਾਡ ਲਡਾਉਂਦੀ ਰਹਾਂਗੀ। ਕਿਉਂ ਤੇਰੀ ਸਕੀ ਮਾਂ ਤੋਂ ਬਾਅਦ ਇੱਕ ਮੈਂ ਹੀ ਤਾਂ ਤੇਰੀ ਮਾਂ ਹਾਂ, ਤੇਰੀ ਧਰਤੀ ਮਾਂ। ਧੰਨਵਾਦ ਜੀ। ਫਿਰ ਦੂਸਰੀ ਕਵਿਤਾ ਜੀ, ਸਰ ਇਹ ਮੈਂ ਕਿਰਤੀਆਂ ਤੇ ਲਿਖੀ ਹੈ ਜੀ ਸਾਡੇ ਕਾਮਿਆਂ ਲਈ। ਕੰਮੀਆਂ ਵੇੜੇ ਕਾਲੇ ਸੂਰਜ ਨਿਤ ਇਹ ਕੌਣ ਚੜਾਵੇ, ਧਰਤ ਸੁਨਹਿਰੀ ਰਿਸ਼ਮੋ ਸਖਣੀ ਡਾਢੇ ਸੋਗ ਮਨਾਵੇ। ਕੀ ਬਾਤ ਹੈ। ਚਾਨਣ ਕਾਤਰ ਕਿੱਥੋਂ ਲੱਭੀਏ, ਕਿਸ ਨੂੰ ਆਖ ਸੁਣਾਈਏ, ਸੱਤ ਰੰਗਾਂ ਦਾ ਸੱਥਰ ਵਿਛਿਆ ਬੈਠ ਕੀਰ ਨੇ ਪਾਈਏ। ਵਾਹ। ਸੱਦਰ ਪੁਆਰੀ ਸਭ ਸਖੀਆਂ ਦੇ ਗਲ ਲੱਗ ਲੱਗ ਕੇ ਰੋਵੇ, ਰੋਮ ਰੋਮ ਜਿਉ ਆਈ ਸੁਨਾਮੀ ਪਰ ਨੈਣੋ ਨੀਰ ਨਾ ਚੋਵੇ। ਚਾਵਾਂ ਦੇ ਮੂੰਹ ਲੱਗ ਗਏ ਜੰਦਰੇ, ਚਾਵਾਂ ਦੇ ਮੂੰਹ ਲੱਗ ਗਏ ਜੰਦਰੇ, ਕੀਕਣ ਆਵਣ ਹਾਸੇ, ਸਭਨਾ ਦੀ ਰੂਹ ਲੋਥ ਹੈ ਬਣ ਗਈ, ਦੇਵੇ ਕੌਣ ਦਿਲਾਸੇ। ਗੁੱਡੜੀ ਆਸ ਵੀ ਬੇਸੁੱਧ ਹੋ ਕੇ ਹਾਏ ਦੁਹੱਥੜ ਮਾਰੇ, ਅੰਬਰਾਂ ਤੀਕਰ ਕੂਕਾਂ ਜਾਵਣ ਸੁੰਨ ਹੋ ਗਏ ਤਾਰੇ। ਪਹਿਨ ਮਖੋਟੇ ਰੰਗ ਬਰੰਗੇ ਅਫਸੋਸ ਕਰਨ ਕੁਝ ਭੇਡਾਂ, ਪਹਿਨ ਮਖੋਟੇ ਰੰਗ ਬਰੰਗੇ ਅਫਸੋਸ ਕਰਨ ਕੁਝ ਭੇਡਾਂ, ਖਚਰੀ ਹਾਸੀ ਵਿੱਚ ਮਖੋਟਿਓ ਜਾਪੇ ਕਰਦੀ ਝੇਡਾਂ। ਹੱਕਾਂ ਨੂੰ ਲਾਂਬੂ ਜਦ ਲਾਇਆ, ਹੱਕਾਂ ਨੂੰ ਲਾਂਬੂ ਜਦ ਲਾਇਆ, ਚਾਨਣ ਲਟ ਲਟ ਭੜਕੇ, ਹੱਕੀ ਬੱਕੀ ਰਹਿ ਗਈ ਕਾਲਖ ਕੰਮੀਆਂ ਵੇੜੇ ਵੜ ਕੇ। ਕਾਲਾ ਸੂਰਜ ਡਰ ਕੇ ਕੰਬਿਆ, ਕਾਲਾ ਸੂਰਜ ਡਰ ਕੇ ਕੰਬਿਆ, ਕੰਬ ਕੰਬ ਬੱਗਾ ਹੋਇਆ, ਮੁੜਕੋ ਮੁੜਕੀ ਹੋ ਗਿਆ ਹਫਕੇ, ਰੰਗ ਵੀ ਉਸਦਾ ਚੋਇਆ। ਕੁਮਲਾਇਆ ਚਾਨਣ ਤੋਂ ਡਰ ਕੇ, ਕੁਮਲਾਇਆ ਚਾਨਣ ਤੋਂ ਡਰ ਕੇ, ਤੇ ਇੱਕਦਮ ਹੋ ਗਿਆ ਨਿੱਕਾ, ਸਾਡੇ ਭਾਣੇ ਤਾਂ ਨਜ਼ਰ ਉਤਾਰੇ ਕਾਲਖ ਦਾ ਇੱਕ ਟਿੱਕਾ। ਸੂਹਾ ਚੂੜਾ ਪਾ ਕੇ ਸੱਦਰ, ਸੂਹਾ ਚੂੜਾ ਪਾ ਕੇ ਸੱਦਰ, ਜਾਂ ਸੂਰਜ ਵਿੱਚ ਸਮੋ ਗਈ, ਲਾਜ ਸ਼ਰਮ ਨਾਲ ਕਾਲਖ ਮੋਈ, ਲਾਲੋ ਲਾਲ ਜੀ ਹੋ ਗਈ। ਲਾਜ ਸ਼ਰਮ ਨਾਲ ਕਾਲਖ ਮੋਈ, ਲਾਲੋ ਲਾਲ ਜੀ ਹੋ ਗਈ। ਚਾਵਾਂ ਨੇ ਸਭ ਬੰਧਨ ਤੋੜੇ, ਚਾਵਾਂ ਨੇ ਸਭ ਬੰਧਨ ਤੋੜੇ, ਰਾਹ ਵਿੱਚ ਅੜੇ ਸੀ ਜਿਹੜੇ, ਨਿਕੜੀ ਆਸ ਪੰਘੂੜੀ ਖੇਡੇ, ਰੌਣਕ ਹੋ ਗਈ ਵੇੜੇ। ਨਿਕੜੀ ਆਸ ਪੰਘੂੜੀ ਖੇਡੇ, ਰੌਣਕ ਹੋ ਗਈ ਵੇੜੇ, ਰੌਣਕ ਹੋ ਗਈ ਵੇੜੇ। ਧੰਨਵਾਦ। ਬਹੁਤ ਅੱਛੇ ਗੁਰਪ੍ਰੀਤ। ਗੁਰਪ੍ਰੀਤ ਦੀ ਕਵਿਤਾ ਦੇ ਵਿੱਚ ਵੀ ਉਸੇ ਤਰ੍ਹਾਂ ਕੁਝ ਨਵੇਂ ਮੈਟਾਫਰ, ਕੁਝ ਨਵੇਂ ਸਾਈਨ ਆਪਾਂ ਨੂੰ ਦੇਖਣ ਨੂੰ ਮਿਲੇ ਨੇ ਕਿ ਸੱਤ ਰੰਗ ਕਿਵੇਂ ਸੱਥਰ 'ਚ ਬਦਲ ਜਾਂਦੇ ਨੇ ਤੇ ਕਮੀਆਂ ਦੇ ਵਿਹੜਿਆਂ ਦਾ ਸੂਰਜ ਕਿਵੇਂ ਕਾਲਾ ਹੋ ਜਾਂਦਾ ਹੈ। ਇਹ ਨਕਸ਼ ਨੇ ਜਿਹੜੇ, ਇਹ ਨਵੀਂ ਕਵਿਤਾ ਦੇ ਨਕਸ਼ ਨੇ ਤੇ ਜਿਹੜੇ ਸਾਨੂੰ ਅਸੀਂ ਨਵੇਂ ਸ਼ਹਿਰਾਂ ਦੀ ਕਵਿਤਾ ਦੇ ਵਿੱਚੋਂ ਪਛਾਣ ਸਕਦੇ ਹਾਂ। ਗੁਰਪ੍ਰੀਤ ਤੁਹਾਡਾ ਬਹੁਤ ਧੰਨਵਾਦ। ਇਸ ਤਰ੍ਹਾਂ ਲਿਖਦੇ ਰਹੋ। ਬਹੁਤ ਦੁਆਵਾਂ ਤੁਹਾਡੇ ਲਈ। ਤੇ ਆਓ ਦੋਸਤੋ ਆਪਾਂ ਇੱਕ ਹੋਰ ਸੰਵੇਦਨਸ਼ੀਲ ਸ਼ਾਇਰ ਅਮਰਤ ਸਿੰਘ ਨੂੰ ਮਿਲਦੇ ਹਾਂ। ਮੈਂ ਜਦੋਂ ਅਮਰਤ ਨੂੰ ਜਾਣਦਾ ਹਾਂ ਗਈ ਸੀ ਕਿ ਮੇਰਾ ਨਾਂ ਆੜਾ ਮਮਾ ਰਾਰਾ। ਆਪ ਇੰਦਰਜੀਤ ਜਾਦੂ ਤੁਸੀਂ ਆਪਣਾ ਮਾਈਕ ਬੰਦ ਰੱਖੋ ਪਲੀਜ਼, ਤੁਹਾਡੀ ਆਵਾਜ਼ ਆ ਰਹੀ ਹੈ। ਸੌਰੀ ਸਰ, ਟੱਚ ਹੋ ਗਿਆ ਸੌਰੀ ਜੀ। ਅਮਰਤ ਨੇ ਆਪਣਾ ਨਾਂ ਰੱਖਿਆ ਆੜਾ ਮਮਾ ਰਾਰਾ ਤੱਤਾ। ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਨਵਾਂ ਪਣ ਹੈ। ਨਵੀਂ ਪੀੜ੍ਹੀ ਕਿਸ ਤਰ੍ਹਾਂ ਪੁਰਾਣੀ ਪੀੜ੍ਹੀ ਨਾਲੋਂ ਆਪਣੇ ਆਪ ਨੂੰ ਡਿਫਰ ਕਰਦੀ ਹੈ। ਅਮਰਤ ਤੁਹਾਡਾ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਰ ਜੀ। ਸਰ ਮੇਰੀ ਇੱਕ ਸਭ ਤੋਂ ਪਹਿਲਾਂ ਮੈਂ ਇੱਕ ਕਵਿਤਾ ਤੇ ਉਸ ਤੋਂ ਬਾਅਦ ਇੱਕ ਗਜ਼ਲ ਦੇ ਕੁਝ ਅਸ਼ਾਰ ਤੁਸੀਂ ਆਪਣੇ ਸਾਂਝੇ ਕਰਾਂਗੇ। ਹਾਂ ਜੀ, ਓਕੇ ਜੀ। ਮੇਰੀ ਕਵਿਤਾ ਦਾ ਨਾਮ ਹੈ ਮਿੱਟੀ ਦੇ ਪਾੜੇ। ਮਿੱਟੀ ਦੇ ਪਾੜੇ। ਮਿੱਟੀ ਨੂੰ ਪੜ੍ਹਿਆ ਵੀ ਜਾ ਸਕਦਾ ਹੈ, ਕਿਤਾਬਾਂ ਨਾਲ ਲਿਬੜਿਆ ਵੀ। ਕੀ ਬਾਤ ਹੈ। ਮਿੱਟੀ ਨੂੰ ਪੜ੍ਹਿਆ ਵੀ ਜਾ ਸਕਦਾ ਹੈ, ਕਿਤਾਬਾਂ ਨਾਲ ਲਿਬੜਿਆ ਵੀ। ਜਦੋਂ ਮਿੱਟੀ ਦੇ ਪਾੜੇ ਅਤੇ ਕਿਤਾਬਾਂ ਦੇ ਲਿਬੜੇ ਲੋਕ, ਜਦੋਂ ਮਿੱਟੀ ਦੇ ਪਾੜੇ ਅਤੇ ਕਿਤਾਬਾਂ ਦੇ ਲਿਬੜੇ ਲੋਕ ਇੱਕ ਸਾਂਝਾ ਝੰਡਾ ਸਿਰ ਤਾਣਦੇ ਨੇ, ਨਿਕਲਦੇ ਨੇ ਬਾਹਰ, ਤਾਂ ਸਮਾਂ ਕਿਸੇ ਭਗਵੀ ਘੜੀ ਦੀਆਂ ਸੂਈਆਂ ਦਾ ਮੁਹਤਾਜ ਨਹੀਂ ਰਹਿੰਦਾ।
ਸੂਈਆਂ ਆਪਣਾ ਕੰਮ ਕਰਦੀਆਂ ਨੇ ਬਸ। ਕੀ ਬਾਤ। ਸੂਈਆਂ ਆਪਣਾ ਕੰਮ ਕਰਦੀਆਂ ਨੇ ਬਸ। ਉਧਰ ਝੰਡੇ ਨਾਲ ਇੱਕ ਰੰਗ ਹੋ ਜਾਂਦਾ ਹੈ ਸੂਰਜ। ਉਧਰ ਝੰਡੇ ਨਾਲ ਇੱਕ ਰੰਗ ਹੋ ਜਾਂਦਾ ਹੈ ਸੂਰਜ, ਤੇ ਅਸਮਾਨ ਕਾਲਾ ਪੈ ਜਾਂਦਾ ਹੈ ਹਰੇ ਰੰਗ ਦਾ ਹੋਣ ਨੂੰ। ਬਹੁਤ ਅੱਛਾ। ਉਧਰ ਝੰਡੇ ਨਾਲ ਇੱਕ ਰੰਗਾ ਹੋ ਜਾਂਦਾ ਹੈ ਸੂਰਜ, ਤੇ ਆਸਮਾਨ ਕਾਲਾ ਪੈ ਜਾਂਦਾ ਹੈ ਹਰੇ ਰੰਗ ਦਾ ਹੋਣ ਨੂੰ। ਤਾਂ ਇਹ ਮਿੱਟੀ ਦੇ ਪਾੜੇ, ਕਿਤਾਬਾਂ ਦੇ ਲਿਬੜੇ ਲੋਕ, ਮਿੱਟੀ, ਮਿਹਨਤ, ਕਿਤਾਬਾਂ, ਗਿਆਨ, ਤਾਂ ਇਹ ਕਿਤਾਬਾਂ ਦੇ ਪਾੜੇ, ਤਾਂ ਇਹ ਮਿੱਟੀ ਦੇ ਪਾੜੇ, ਕਿਤਾਬਾਂ ਦੇ ਲਿਬੜੇ ਲੋਕ, ਮਿੱਟੀ, ਮਿਹਨਤ, ਕਿਤਾਬਾਂ, ਗਿਆਨ ਨੂੰ ਚਾਰ ਸੂਰਜ ਲਾਉਂਦੇ ਹੋਏ ਅੱਖਰ ਬਣ ਕੇ ਛਪ ਜਾਂਦੇ ਨੇ ਇਤਿਹਾਸ ਦੇ ਅੰਦਰ। ਸੋ ਮਿੱਟੀ ਨੂੰ ਪੜ੍ਹਿਆ ਵੀ ਜਾ ਸਕਦਾ ਹੈ, ਕਿਤਾਬਾਂ ਨਾਲ ਲਿਬੜਿਆ ਵੀ। ਕੀ ਬਾਤ ਹੈ, ਬਹੁਤ ਅੱਛੇ ਅਮਰਤ, ਬਹੁਤ ਅੱਛੇ। ਇੱਕ ਗਜ਼ਲ ਦੇ 3-4 ਸ਼ਾਰ ਜੀ। ਕਿ ਕਾਈ ਜਿੱਦਾਂ ਜੰਮ ਜਾਂਦੀ ਹੈ ਉਜੜੇ ਘਰ ਦੇ ਕੌਲਿਆਂ ਉੱਤੇ। ਕਾਈ ਜਿੱਦਾਂ ਜੰਮ ਜਾਂਦੀ ਹੈ ਉਜੜੇ ਘਰ ਦੇ ਕੌਲਿਆਂ ਉੱਤੇ, ਲੋੜਾਂ ਹਾਵੀ ਹੋ ਗਈਆਂ ਨੇ ਏਦਾਂ ਮੇਰੇ ਸੁਪਨਿਆਂ ਉੱਤੇ। ਬਹੁਤ ਅੱਛੇ। ਕਾਈ ਜਿੱਦਾਂ ਜੰਮ ਜਾਂਦੀ ਹੈ ਉਜੜੇ ਘਰ ਦੇ ਕੌਲਿਆਂ ਉੱਤੇ, ਲੋੜਾਂ ਹਾਵੀ ਹੋ ਗਈਆਂ ਨੇ ਏਦਾਂ ਮੇਰੇ ਸੁਪਨਿਆਂ ਉੱਤੇ। ਕੀ ਚੰਨ ਦੇ ਉੱਤੇ ਜਾਵਣ ਵਾਲੇ ਚੰਨ ਨੂੰ ਜਾ ਕੇ ਦੱਸਦੇ ਨਹੀਂ? ਕੀ ਚੰਨ ਦੇ ਉੱਤੇ ਜਾਵਣ ਵਾਲੇ ਚੰਨ ਨੂੰ ਜਾ ਕੇ ਦੱਸਦੇ ਨਹੀਂ? ਸਾਨੂੰ ਬੜਾ ਹੀ ਤੰਗ ਕਰਦਾ ਹੈ ਚੜ੍ਹ ਕੇ ਸਾਡੇ ਵਿਹੜਿਆਂ ਉੱਤੇ। ਵਾਹ। ਜੇ ਜੈ ਜਵਾਨ ਜੈ ਕਿਸਾਨ ਮਿਟ ਗਿਆ ਟਰਾਲੀਆਂ ਉੱਤੋਂ। ਜੈ ਜਵਾਨ ਜੈ ਕਿਸਾਨ ਮਿਟ ਗਿਆ ਟਰਾਲੀਆਂ ਉੱਤੋਂ, ਤੁਰਨਾ ਮੜਕ ਦੇ ਨਾਲ ਨਹੀਂ ਰਿਹਾ ਹੁਣ ਰੇੜਿਆਂ ਉੱਤੇ। ਤੁਰਨਾ ਮੜਕ ਦੇ ਨਾਲ ਨਹੀਂ ਰਿਹਾ ਹੁਣ ਰੇੜਿਆਂ ਉੱਤੇ, ਕਿ ਉਸਨੇ ਰਾਤੀ ਨੱਚਣ ਵੇਲੇ ਗਵਾ ਦਿੱਤੇ ਨੇ ਆਪਣੇ ਬੁੰਦੇ। ਵਾਹ। ਉਸਨੇ ਰਾਤੀ ਨੱਚਣ ਵੇਲੇ ਗਵਾ ਦਿੱਤੇ ਨੇ ਆਪਣੇ ਬੁੰਦੇ, ਇੱਧਰ ਖੇਤ ਪਲੱਤਣ ਛਾ ਗਈ ਖਿੜੇ ਖਿੜਾਏ ਨਰਮਿਆਂ ਉੱਤੇ। ਵਾਹ। ਕਿ ਉਸਨੇ ਰਾਤੀ ਨੱਚਣ ਵੇਲੇ ਗਵਾ ਦਿੱਤੇ ਨੇ ਆਪਣੇ ਬੁੰਦੇ, ਇੱਧਰ ਖੇਤ ਪਲੱਤਣ ਛਾ ਗਈ ਖਿੜੇ ਖਿੜਾਏ ਨਰਮਿਆਂ ਉੱਤੇ। ਔਰ ਆਖਰੀ ਸ਼ੇਰ ਹੈ ਕਿ ਬਿੰਬ ਕਦੋਂ ਦੇ ਬਿਸਰ ਗਏ ਨੇ ਸਾਡੇ ਦਿਲਾਂ ਚੋਂ ਫੁੱਲਾਂ ਦੇ। ਵਾਹ। ਬਿੰਬ ਕਦੋਂ ਦੇ ਬਿਸਰ ਗਏ ਨੇ ਸਾਡੇ ਦਿਲਾਂ ਚੋਂ ਫੁੱਲਾਂ ਦੇ, ਮੀਨਾਕਾਰੀ ਬਾਕੀ ਰਹਿ ਗਈ ਅੱਜ ਕੱਲ ਸਾਡੇ ਗਮਲਿਆਂ ਉੱਤੇ। ਮੀਨਾਕਾਰੀ ਬਾਕੀ ਰਹਿ ਗਈ ਅੱਜ ਕੱਲ ਸਾਡੇ ਗਮਲਿਆਂ ਉੱਤੇ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਬਹੁਤ ਅੱਛੇ ਅਮਰਤ, ਬਹੁਤ ਹੀ ਸੂਖਮ ਤੁਸੀਂ ਚੀਜ਼ਾਂ ਫੜਨ ਦੀ ਕੋਸ਼ਿਸ਼ ਕੀਤੀ ਹੈ ਵੱਖ-ਵੱਖ ਮੈਟਾਫਰਾਂ ਦੇ ਰਾਹੀਂ। ਇਹੀ ਅਸਲ ਦੇ ਵਿੱਚ ਪੰਜਾਬੀ ਦੀ ਨਵੀਂ ਕਵਿਤਾ ਹੈ ਜਿਹਦਾ ਅਸੀਂ ਖੈਰ ਮਕਦਮ ਕਰਨ ਲਈ ਇਹ ਪ੍ਰੋਗਰਾਮ ਕੀਤਾ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਲਿਖਦੇ ਰਹੋ। ਬਹੁਤ ਸ਼ੁਕਰੀਆ ਦੋਸਤੋ। ਇਹ ਸੀ ਅਮਰਤ, ਤੇ ਇਸ ਤੋਂ ਬਾਅਦ ਅਸੀਂ ਮਿਲਦੇ ਹਾਂ ਕਮਲਦੀਪ ਜਲੂਰ ਨੂੰ। ਜਲੂਰ ਪਿੰਡ ਦਾ ਨਾਂ ਸੁਣਨ ਸਾਰੀ ਤੇ ਬਾਲਦ ਕਲਾਂ ਦਾ ਨਾਂ ਸੁਣਨ ਸਾਰੀ ਸਾਡੇ ਅੰਦਰ ਸੰਘਰਸ਼ ਦੇ ਕੁਝ ਬਿੰਬ ਉੱਭਰਨ ਲੱਗ ਜਾਂਦੇ ਨੇ। ਉਹ ਸੰਘਰਸ਼ ਜਿਹੜਾ ਕਵਿਤਾਵਾਂ ਦੇ ਨਾਲ ਨਹੀਂ ਲੜਿਆ ਗਿਆ, ਜਿਹੜਾ ਡਾਂਗਾ ਸੁੱਟੀਆਂ ਨਾਲ ਲੜਿਆ ਗਿਆ, ਜ਼ਖਮਾਂ ਦੇ ਨਾਲ ਲੜਿਆ ਗਿਆ, ਜਾਨ ਹੂਲ ਕੇ ਲੜਿਆ ਗਿਆ, ਤੇ ਉਹਦੇ ਵਿੱਚ ਕਮਲਦੀਪ ਜਲੂਰ ਵੀ ਇੱਕ ਹੈ। ਸੰਘਰਸ਼ ਦੀ ਪ੍ਰੋਡਕਸ਼ਨ ਹੈ, ਇਸ ਕਰਕੇ ਉਹਦੀ ਕਵਿਤਾ ਦੇ ਵਿੱਚ ਪਾਸ਼ ਵਰਗੀ ਕਿਤੇ ਚੇਤਨਾ ਸਾਨੂੰ ਦਿਖਾਈ ਦਿੰਦੀ ਹੈ। ਸੋ ਕਈ ਰੰਗ ਨੇ ਉਹਦੀ ਕਵਿਤਾ ਦੇ। ਨੌਜਵਾਨ ਸ਼ਾਇਰੀ ਦੇ ਵਿੱਚ ਕਮਲਦੀਪ ਜਲੂਰ ਦਾ ਇੱਕ ਨਾਂ ਹੈ ਇਸ ਵੇਲੇ। ਅੱਛਾ ਕਮਲਦੀਪ ਜਲੂਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਸਰ। ਆਵਾਜ਼ ਆ ਰਹੀ ਹੈ ਜੀ? ਹਾਂ ਬਿਲਕੁਲ ਆ ਰਹੀ ਹੈ। ਉਹਦੇ ਬਾਰੇ ਚ ਲੋਕਾਂ ਤੋਂ ਅਸੀਂ ਕੁਝ ਹੋਰ ਸੁਣਦੇ ਹਾਂ। ਉਹਦੇ ਬਾਰੇ ਚ ਲੋਕਾਂ ਤੋਂ ਅਸੀਂ ਕੁਝ ਹੋਰ ਸੁਣਦੇ ਹਾਂ, ਕਹੇ ਜੋ ਖੁਦ ਨੂੰ ਚੌਕੀਦਾਰ ਉਸਨੂੰ ਚੋਰ ਸੁਣਦੇ ਹਾਂ। ਵਾਹ ਕੀ ਬਾਤ ਹੈ, ਬਹੁਤ ਅੱਛਾ। ਉਹਦੇ ਬਾਰੇ ਚ ਲੋਕਾਂ ਤੋਂ ਅਸੀਂ ਕੁਝ ਹੋਰ ਸੁਣਦੇ ਹਾਂ, ਕਹੇ ਜੋ ਖੁਦ ਨੂੰ ਚੌਕੀਦਾਰ ਉਸਨੂੰ ਚੋਰ ਸੁਣਦੇ ਹਾਂ। ਨਹੀਂ ਕਾਨੂੰਨ ਹੀ ਕਾਲੇ ਤੇਰਾ ਇਹ ਦਿਲ ਵੀ ਕਾਲਾ ਹੈ। ਨਹੀਂ ਕਾਨੂੰਨ ਹੀ ਕਾਲੇ ਤੇਰਾ ਇਹ ਦਿਲ ਵੀ ਕਾਲਾ ਹੈ, ਤੇਰੇ ਹੱਥੋਂ ਇਹ ਬਸ ਹੁਣ ਰਾਜ ਤੇਰਾ ਜਾਣ ਵਾਲਾ ਹੈ। ਤੇਰੇ ਹੱਥੋਂ ਇਹ ਬਸ ਹੁਣ ਰਾਜ ਤੇਰਾ ਜਾਣ ਵਾਲਾ ਹੈ। ਕਵਿਤਾ ਕੇ ਜੱਦੋ ਜਹਿਦ ਜ਼ਿੰਦਗੀ। ਮੇਰੇ ਹਾਲਾਤ ਮੇਰੇ ਤੇ ਹੱਸਦੇ ਨੇ, ਮੇਰੇ ਹਾਲਾਤ ਮੇਰੇ ਤੇ ਹੱਸਦੇ ਨੇ, ਪਰ ਉਹ ਭੋਲੇ ਇਸ ਗੱਲ ਤੋਂ ਵਾਕਿਫ ਨਹੀਂ। ਪਰ ਉਹ ਭੋਲੇ ਇਸ ਗੱਲ ਤੋਂ ਵਾਕਿਫ ਨਹੀਂ ਕਿ ਮੈਂ ਜ਼ਿੰਦਗੀ 'ਚ ਲੜਨ ਦੀ ਸ਼ਕਤੀ ਰੱਖਦਾ ਹਾਂ। ਮੇਰੇ ਰਾਹ ਦਾ ਰੋੜਾ ਬਣਦੇ ਮੇਰੇ ਹੀ ਕਈ ਆਪਣੇ, ਮੇਰੇ ਰਾਹ ਦਾ ਰੋੜਾ ਬਣਦੇ ਮੇਰੇ ਹੀ ਕਈ ਆਪਣੇ, ਕਿ ਰੁਕ ਜਾਵਾਂਗਾ ਝੁਕ ਜਾਵਾਂਗਾ ਮੁੱਕ ਜਾਵਾਂਗਾ।
ਕਿ ਰੁਕ ਜਾਵਾਂਗਾ, ਝੁਕ ਜਾਵਾਂਗਾ, ਮੁੱਕ ਜਾਵਾਂਗਾ, ਪਰ ਰੋੜੇ ਤਾਂ ਕੀ, ਪਰ ਰੋੜੇ ਤਾਂ ਕੀ, ਮੈਂ ਪਹਾੜਾਂ ਨਾਲ ਵੀ ਖਹਿ ਕੇ, ਝੱਖੜਾਂ ਤੂਫਾਨਾਂ ਵਿੱਚ ਵਹਿ ਕੇ, ਰਾਹਾਂ ਵਿੱਚ ਕੰਡਿਆਂ ਨੂੰ ਸਹਿ ਕੇ ਕਰ ਜਾਵਾਂਗਾ ਸਰ ਆਪਣੀ ਮੰਜ਼ਿਲ। क्या बात, बहुत अच्छा। ਪਰ ਰੋੜੇ ਤਾਂ ਕੀ, ਮੈਂ ਪਹਾੜਾਂ ਨਾਲ ਵੀ ਖਹਿ ਕੇ, ਝੱਖੜਾਂ ਤੂਫਾਨਾਂ ਵਿੱਚ ਵਹਿ ਕੇ, ਰਾਹਾਂ ਵਿੱਚ ਕੰਡਿਆਂ ਨੂੰ ਸਹਿ ਕੇ ਕਰ ਜਾਵਾਂਗਾ ਸਰ ਆਪਣੀ ਮੰਜ਼ਿਲ। ਮੇਰੀ ਮਹਿਬੂਬ ਨੂੰ ਇੱਕ ਭੁਲੇਖਾ ਹੈ, ਮੇਰੀ ਮਹਿਬੂਬ ਨੂੰ ਇੱਕ ਭੁਲੇਖਾ ਹੈ ਕਿ ਮੈਂ ਉਹਦੀਆਂ ਸੁਨਹਿਰੀ ਜ਼ੁਲਫਾਂ ਦਾ ਕੈਦੀ ਹਾਂ। ਮੇਰੀ ਮਹਿਬੂਬ ਨੂੰ ਇੱਕ ਭੁਲੇਖਾ ਹੈ ਕਿ ਮੈਂ ਉਹਦੀਆਂ ਸੁਨਹਿਰੀ ਜ਼ੁਲਫਾਂ ਦਾ ਕੈਦੀ ਹਾਂ। ਉਹਦੀ ਸੋਚ ਤੇ ਅਜੇ ਪਰਦਾ ਹੈ, ਉਹਨੂੰ ਦੱਸਣਾ ਜੇ ਬਾਕੀ ਹੈ। ਉਹਦੀ ਸੋਚ ਤੇ ਅਜੇ ਪਰਦਾ ਹੈ, ਉਹਨੂੰ ਦੱਸਣਾ ਜੇ ਬਾਕੀ ਹੈ ਕਿ ਮੈਨੂੰ ਮੁਹੱਬਤ ਤਾਂ ਹੈ, ਕਿ ਮੈਨੂੰ ਮੁਹੱਬਤ ਤਾਂ ਹੈ, ਪਰ ਗੁਲਾਮੀ ਤੋਂ ਸਖਤ ਨਫ਼ਰਤ ਹੈ। ਕਿ ਮੈਨੂੰ ਮੁਹੱਬਤ ਤਾਂ ਹੈ, ਪਰ ਗੁਲਾਮੀ ਤੋਂ ਸਖਤ ਨਫ਼ਰਤ ਹੈ। ਦੋਸਤੋ, ਕਲਮ ਮੇਰੀ ਬਾਗੀ ਹੈ ਬਗਾਵਤ ਕਰਦੀ। ਦੋਸਤੋ, ਕਲਮ ਮੇਰੀ ਵਾਗੀ ਹੈ ਬਗਾਵਤ ਕਰਦੀ। ਜਾਵਰ ਚਾਹੁਣ ਕਲਮ ਮੇਰੀ ਨੂੰ ਹੱਥੋਂ ਮੇਰੇ ਖੋਣਾ, ਜਾਵਰ ਚਾਹੁਣ ਕਲਮ ਮੇਰੀ ਨੂੰ ਹੱਥੋਂ ਮੇਰੇ ਖੋਣਾ, ਪਰ ਉਹਨਾਂ ਦੇ ਮਨ ਦਾ ਭਰਮ ਹੈ ਸਭ, ਪਰ ਉਹਨਾਂ ਦੇ ਮਨ ਦਾ ਭਰਮ ਹੈ ਸਭ ਕਿ ਮੈਂ ਕਵਿਤਾ ਸਿਰਫ ਕਲਮ ਨਾਲ ਲਿਖਦਾ, ਕਿ ਮੈਂ ਕਵਿਤਾ ਸਿਰਫ ਕਲਮ ਨਾਲ ਲਿਖਦਾ। ਪਰ ਸੱਚ ਤਾਂ ਇਹ ਹੈ ਕਿ ਮੈਂ ਕਵਿਤਾ ਹਲ ਦੇ ਫਲੇ ਨਾਲ ਵੀ ਲਿਖ ਸਕਦਾ ਹਾਂ। ਬਹੁਤ ਅੱਛੀ। ਪਰ ਸੱਚ ਤਾਂ ਇਹ ਹੈ ਕਿ ਮੈਂ ਕਵਿਤਾ ਹਲ ਦੇ ਫਲੇ ਨਾਲ ਵੀ ਲਿਖ ਸਕਦਾ ਹਾਂ। ਦਾਤੀਆਂ, ਹਥੌੜੇ, ਕਹੀਆਂ, ਖੁਰਪੇ ਵੀ ਤਾਂ ਕਵਿਤਾ ਲਿਖਣ ਦਾ ਸੰਦ ਨੇ। ਦਾਤੀਆਂ, ਹਥੌੜੇ, ਕਹੀਆਂ, ਖੁਰਪੇ ਵੀ ਤਾਂ ਕਵਿਤਾ ਲਿਖਣ ਦਾ ਸੰਦ ਨੇ। ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਜ਼ਿੰਦਗੀ ਹੈ, ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਜ਼ਿੰਦਗੀ ਹੈ। ਸਿਰਫ ਵਕਤ ਨੂੰ ਪਿੰਡੇ ਤੇ ਹੰਡਾਉਣਾ ਹੀ ਜ਼ਿੰਦਗੀ ਨਹੀਂ ਹੁੰਦੀ, ਸਿਰਫ ਵਕਤ ਨੂੰ ਪਿੰਡੇ ਤੇ ਹੰਡਾਉਣਾ ਹੀ ਜ਼ਿੰਦਗੀ ਨਹੀਂ। ਬਹੁਤ ਅੱਛਾ, ਬਹੁਤ ਅੱਛਾ ਕਮਲ। ਸਰ ਇੱਕ ਹੋਰ ਕਵਿਤਾ ਸਰ, ਅਜੇ ਤਾਂ। ਮੈਂ ਉਲੀਕ ਦੇਣੀ ਸੀ ਅਜੇ ਤੇਰੇ ਮੱਥੇ ਤੇ ਕਵਿਤਾ, ਮੈਂ ਉਲੀਕ ਦੇਣੀ ਸੀ ਅਜੇ ਤੇਰੇ ਮੱਥੇ ਤੇ ਕਵਿਤਾ, ਤੈਨੂੰ ਸ਼ਬਦ ਖਾਣੇ ਸਿਖਾਉਣੇ ਸੀ, ਕਿਤਾਬਾਂ ਨਾਲ ਕਿਵੇਂ ਸੌਣਾ ਇਹ ਦੱਸਣਾ ਸੀ। ਮੈਂ ਉਲੀਕ ਦੇਣੀ ਸੀ ਅਜੇ ਤੇਰੇ ਮੱਥੇ ਤੇ ਕਵਿਤਾ, ਤੈਨੂੰ ਸ਼ਬਦ ਖਾਣੇ ਸਿਖਾਉਣੇ ਸੀ, ਕਿਤਾਬਾਂ ਨਾਲ ਕਿਵੇਂ ਸੌਣਾ ਇਹ ਦੱਸਣਾ ਸੀ। ਅਜੇ ਤਾਂ ਕੰਟੀਨ ਤੇ ਬਹਿ ਕੇ ਪੀਣੀ ਸੀ ਇੱਕ ਦੂਜੇ ਦੀ ਝੂਠੀ ਚਾਹ, ਅਜੇ ਤਾਂ ਲਵ ਪਾਰਕਾਂ ਵਿੱਚ ਬਹਿ ਕੇ ਗਾਉਣੇ ਸੀ ਗੀਤ ਮੁਹੱਬਤ ਦੇ। ਜ਼ਿੰਦਗੀ ਪਿਆਰ ਹੈ ਜਾਂ ਪਿਆਰ ਜ਼ਿੰਦਗੀ ਹੈ, ਇਸ ਦਾ ਅਭਿਆਸ ਹੋਣਾ ਸੀ। ਜ਼ਿੰਦਗੀ ਪਿਆਰ ਹੈ ਜਾਂ ਪਿਆਰ ਜ਼ਿੰਦਗੀ ਹੈ, ਇਸ ਦਾ ਅਭਿਆਸ ਹੋਣਾ ਸੀ। ਅਜੇ ਤਾਂ ਤੂੰ ਸਾਨੂੰ ਮਿਲੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਵਿੱਚੋਂ, ਅਜੇ ਤਾਂ ਤੂੰ ਸਾਨੂੰ ਮਿਲੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਵਿੱਚੋਂ ਵੱਢਣੀ ਸੀ ਹਾੜੀ। ਮੇਰੇ ਪਿੰਡ ਦੀਆਂ ਬਜ਼ੁਰਗ ਔਰਤਾਂ ਨੂੰ ਤਾਈ ਬੇਬੇ ਆਖ ਬੁਲਾਉਣਾ ਸੀ, ਮੇਰੇ ਪਿੰਡ ਦੀਆਂ ਬਜ਼ੁਰਗ ਔਰਤਾਂ ਨੂੰ ਤਾਈ ਬੇਬੇ ਆਖ ਬੁਲਾਉਣਾ ਸੀ। ਬਾਲਿਆਂ ਦੀ ਛੱਤ ਥੱਲੇ ਸੌਣਾ ਸੀ, ਪਾਥੀਆਂ ਦਾ ਚੁੱਲ੍ਹਾ ਤਪਾਉਣਾ ਸੀ। ਮੇਰੇ ਪਿੰਡ ਦੀਆਂ ਬਜ਼ੁਰਗ ਔਰਤਾਂ ਨੂੰ ਤਾਈ ਬੇਬੇ ਆਖ ਬੁਲਾਉਣਾ ਸੀ, ਬਾਲਿਆਂ ਦੀ ਛੱਤ ਥੱਲੇ ਸੌਣਾ ਸੀ, ਪਾਥੀਆਂ ਦਾ ਚੁੱਲ੍ਹਾ ਤਪਾਉਣਾ ਸੀ। ਅਜੇ ਤਾਂ ਇਹ ਸਭ ਕੁਝ ਹੋਣਾ ਸੀ। ਅਜੇ ਤਾਂ ਮੇਰੇ ਪਿੰਡ ਦੀ ਪਾਥੀਆਂ ਪੱਥਦੀ ਬਚਨੋਂ ਬੁੜੀ ਨੂੰ, ਅਜੇ ਤਾਂ ਮੇਰੇ ਪਿੰਡ ਦੀ ਪਾਥੀਆਂ ਪੱਥਦੀ ਬਚਨੋਂ ਬੁੜੀ ਨੂੰ ਗੋਹੇ ਵਿੱਚ ਉਂਗਲਾਂ ਨਾਲ ਊੜਾ ਉਕਰਨਾ ਸਿਖਾਉਣਾ ਸੀ। ਅਜੇ ਤਾਂ ਮੇਰੇ ਪਿੰਡ ਦੀ ਪਾਥੀਆਂ ਪੱਥਦੀ ਬਚਨੋਂ ਬੁੜੀ ਨੂੰ ਗੋਹੇ ਵਿੱਚ ਉਂਗਲਾਂ ਨਾਲ ਊੜਾ ਉਕਰਨਾ ਸਿਖਾਉਣਾ ਸੀ। ਇੱਕੋ ਕਮਰੇ ਵਿੱਚ ਸਾਰਾ ਟੱਬਰ ਸੌਂਦਾ ਤੇ ਮੱਝਾਂ ਕੋਲ ਤਪਿਆ ਚੁੱਲ੍ਹਾ ਤੱਕਣਾ ਸੀ। ਇੱਕੋ ਕਮਰੇ ਵਿੱਚ ਸੌਂਦਾ ਸਾਰਾ ਟੱਬਰ ਤੇ ਮੱਝਾਂ ਕੋਲ ਤਪਿਆ ਚੁੱਲ੍ਹਾ ਤੱਕਣਾ ਸੀ। ਸਰਕਾਰੀ ਸਕੂਲ ਵਿੱਚ ਸਟਾਫ ਦੀ ਘਾਟ ਫਿਕਰੋਂ ਬੱਚਿਆਂ ਨੂੰ ਫ੍ਰੀ ਟਿਊਸ਼ਨ ਪੜ੍ਹਾਉਣਾ ਸੀ। ਸਰਕਾਰੀ ਸਕੂਲ ਵਿੱਚ ਸਟਾਫ ਘਾਟ ਫਿਕਰੋਂ ਬੱਚਿਆਂ ਨੂੰ ਫ੍ਰੀ ਟਿਊਸ਼ਨ ਪੜ੍ਹਾਉਣਾ ਸੀ। ਅਜੇ ਤਾਂ ਤੂੰ ਮੇਰੀ ਬੁੱਕਲ ਤੇ ਲੇਟੀ ਨੇ ਕਹਿਣਾ ਸੀ, ਅਜੇ ਤਾਂ ਮੇਰੀ ਬੁੱਕਲ ਵਿੱਚ ਲੇਟੀ ਨੇ ਕਹਿਣਾ ਸੀ, ਜੀ ਮਹਿੰਗਾਈ ਵਿੱਚ ਬੱਚਾ ਇੱਕ ਹੀ ਬਹੁਤ ਹੁੰਦਾ, ਜੀ ਮਹਿੰਗਾਈ ਵਿੱਚ ਬੱਚਾ ਇੱਕ ਹੀ ਬਹੁਤ ਹੁੰਦਾ ਹੈ। ਪਤਾ ਨਹੀਂ ਕਿੱਥੋਂ ਆ ਖੜੀਆਂ ਵਿਚਕਾਰ ਆਪਣੀਆਂ ਦੋਹਾਂ ਦੀਆਂ ਜਾਤਾਂ, ਪਤਾ ਨਹੀਂ ਕਿੱਥੋਂ ਆ ਖੜੀਆਂ ਵਿਚਕਾਰ ਆਪਣੀਆਂ ਦੋਹਾਂ ਦੀਆਂ ਜਾਤਾਂ। ਹਾਸਲ ਕਰਕੇ ਡਿਗਰੀ ਵੀ ਤੇਰਾ ਤੀਸਰਾ ਨੇਤਰ ਨਾ ਖੁੱਲ ਸਕਿਆ, ਹਾਸਲ ਕਰਕੇ ਡਿਗਰੀ ਵੀ ਤੇਰਾ ਤੀਸਰਾ ਨੇਤਰ ਨਾ ਖੁੱਲ ਸਕਿਆ। ਤੂੰ ਵੀ ਕਿੰਨੀ ਭੋਲੀ ਐ,
आखे रब जो करदा ठीक ही करदा, आखे रब जो करदा ठीक ही करदा। कमलिए कदे जातां भी ठीक हुंदियां ने, कदे जातां भी ठीक हुंदियां। अजे तां ये सब कुछ होना, अजे तां ये सब कुछ होना सी, अजे तां बहुत कुछ होना सी। ਬਹੁਤ ਵਧੀਆ, ਬਹੁਤ ਵਧੀਆ। ਕਮਲਦੀਪ ਦੀ ਕਵਿਤਾ ਦੇ ਵਿੱਚੋਂ ਸਾਰਾ ਕਰੂਰ ਯਥਾਰਥ ਸ਼ਬਦਾਂ ਦੇ ਵਿੱਚ ਢਲ ਕੇ ਕਵਿਤਾ ਦੇ ਵਿੱਚ ਆ ਰਿਹਾ ਹੈ, ਤੇ ਉਹ ਰੰਗ ਆਪਣਾ ਰੰਗ ਹੈ ਜਿਹੜਾ, ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਉਂਦੇ ਨੇ ਅਜੇ ਵੀ, ਤੇ ਜ਼ਿੰਦਗੀ ਨਾਲ ਜੂਝਦੇ ਨੇ, ਜ਼ਿੰਦਗੀ ਨਾਲ ਲੜਦੇ ਨੇ, ਜਿੱਥੇ ਅਜੇ ਵੀ ਜਾਤਾਂ ਦੀਆਂ ਦੀਵਾਰਾਂ ਮੁਹੱਬਤਾਂ ਦੇ ਵਿਚਕਾਰ ਆ ਖੜਦੀਆਂ ਨੇ। ਉਹਨਾਂ ਰੰਗਾਂ ਨੂੰ ਕਮਲਦੀਪ ਨੇ ਆਪਣੀ ਕਵਿਤਾ 'ਚ ਪੇਸ਼ ਕੀਤਾ ਹੈ। ਕਮਲਦੀਪ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਦੋਸਤੋ, ਅੱਗੇ ਵਧਦੇ ਹੋਏ ਆਪਾਂ ਹੁਣ ਇੱਕ ਹੋਰ ਨਵੇਂ ਪੰਜਾਬੀ ਸ਼ਾਇਰ ਅਮਰਿੰਦਰ ਸੋਹਲ ਨੂੰ ਮਿਲਦੇ ਹਾਂ। ਅਮਰਿੰਦਰ ਸੋਹਲ ਕਿਤਾਬਾਂ ਲਿਖਦਾ ਵੀ ਹੈ ਤੇ ਕਿਤਾਬਾਂ ਨੂੰ ਪ੍ਰਕਾਸ਼ਿਤ ਵੀ ਕਰਦਾ ਹੈ। ਇਹਨਾਂ ਦਾ ਆਪਣਾ ਪ੍ਰਕਾਸ਼ਨ ਹੈ। ਇਹਨਾਂ ਦੇ ਹੱਥਾਂ ਦੇ ਵਿੱਚੋਂ ਬਹੁਤ ਸਾਰੇ ਲੇਖਕਾਂ ਦੀਆਂ ਕਿਤਾਬਾਂ ਅੱਜ ਕੱਲ੍ਹ ਨਿਕਲ ਰਹੀਆਂ ਨੇ। ਉਹਨਾਂ ਕਿਤਾਬਾਂ ਨੂੰ ਪੜ੍ਹਦਿਆਂ ਮਾਣਦਿਆਂ ਅਮਰਿੰਦਰ ਸੋਹਲ ਦੀ ਆਪਣੀ ਚੇਤਨਾ ਵੀ ਤਿੱਖੀ ਹੋ ਰਹੀ ਹੈ। ਗਜ਼ਲ ਵੀ ਲਿਖਦਾ ਹੈ, ਖੁੱਲੀ ਕਵਿਤਾ ਵੀ ਲਿਖਦਾ ਹੈ, ਤੇ ਆਪਣੀ ਸਵੈ ਜੀਵਨੀ ਵੀ ਇਹਨਾਂ ਨੇ ਲਿਖੀ, ਕਿੱਕਰਾਂ ਦੇ ਅੰਬ। ਆਓ ਮਾਣਦੇ ਹਾਂ ਅਮਰਿੰਦਰ ਸੋਹਲ। ਹੈਲੋ। ਹਾਂਜੀ ਅਮਰਿੰਦਰ। ਹਾਂਜੀ, ਤੇ ਗਜ਼ਲ ਦਾ ਮਕਤਾ ਹੈ। ਥੋੜਾ ਜਿਹਾ ਉੱਪਰ ਨੂੰ ਹੋ ਜਾਓ, ਮਾਈਕ ਨੂੰ ਸੈੱਟ ਕਰ ਲਓ ਆਪਣੇ ਆਪ ਨੂੰ। ਹਾਂ ਜੀ। ਗਜ਼ਲ ਦਾ ਮਤਲਬ ਹੈ, ਮੈਨੂੰ ਆਪਣੇ ਹਿੱਸੇ ਦਾ ਯੁੱਧ ਇਉਂ ਲੜਨਾ ਪਿਆ। ਮੈਨੂੰ ਆਪਣੇ ਹਿੱਸੇ ਦਾ ਯੁੱਧ ਇਉਂ ਲੜਨਾ ਪਿਆ ਕਿ ਆਪਣੇ ਅੰਦਰਲੇ ਦੁਸ਼ਮਣ ਨੂੰ ਖੁਦ ਫੜਨਾ ਪਿਆ। ਕੀ ਬਾਤ ਹੈ। ਜਿਹਦਾ ਹਰ ਸ਼ਬਦ ਸੀਨਾ ਬਿੰਨਦਾ ਨੇਜੇ ਵਾਂਗੂ, ਜਿਹਦਾ ਹਰ ਸ਼ਬਦ ਸੀਨਾ ਬਿੰਨਦਾ ਨੇਜੇ ਵਾਂਗੂ, ਲਹੂ ਭਿੱਜਾ ਤੇਰਾ ਉਹ ਖਤ ਮੈਨੂੰ ਪੜ੍ਹਨਾ ਪਿਆ। ਕੀ ਬਾਤ ਹੈ, ਬਹੁਤ ਅੱਛੀ। ਇੱਕ ਸ਼ੇਰ ਤਵੱਜੋ ਦੇਣਾ। ਮੇਰੇ ਚਾਵਾਂ ਦਿਆਂ ਮਾਸੂਮ ਖਰਗੋਸ਼ਾਂ ਨੂੰ ਨਿਤ, ਮੇਰੇ ਚਾਵਾਂ ਦਿਆਂ ਮਾਸੂਮ ਖਰਗੋਸ਼ਾਂ ਨੂੰ ਨਿਤ, ਤੇਰੀ ਨਫ਼ਰਤ ਦਿਆਂ ਮਾਰੂਥਲਾਂ ਵਿੱਚ ਸੜਨਾ ਪਿਆ। ਮੇਰੇ ਚਾਵਾਂ ਦਿਆਂ ਮਾਸੂਮ ਖਰਗੋਸ਼ਾਂ ਨੂੰ ਨਿਤ, ਤੇਰੀ ਨਫ਼ਰਤ ਦਿਆਂ ਮਾਰੂਥਲਾਂ ਵਿੱਚ ਸੜਨਾ ਪਿਆ। ਤੇਰੇ ਪਿੱਛੋਂ ਮਿਲੀ ਨਾ ਗਿੱਠ ਜੋਗੀ ਥਾਂ ਕਿਤੇ। ਕੀ ਬਾਤ ਹੈ। ਤੇਰੇ ਪਿੱਛੋਂ ਮਿਲੀ ਨਾ ਗਿੱਠ ਜੋਗੀ ਥਾਂ ਕਿਤੇ, ਵਿਛਾ ਕੇ ਖੁਦ ਨੂੰ ਹੀ ਪੈਰਾਂ ਥੱਲੇ ਖੜਨਾ ਪਿਆ। ਬਹੁਤ ਅੱਛੇ, ਸ਼ੁਕਰੀਆ ਜੀ। ਤੇ ਆਖਰੀ ਸ਼ੇਰ ਹੈ ਇਹਦਾ। ਮਨਾ ਕਰ ਦਿੱਤਾ ਸੂਰਜ ਨੇ ਜਦੋਂ ਰੁਸ਼ਨਾਉਣ ਤੋਂ, ਮਨਾ ਕਰ ਦਿੱਤਾ ਸੂਰਜ ਨੇ ਜਦੋਂ ਰੁਸ਼ਨਾਉਣ ਤੋਂ, ਉਦੋਂ ਬਲ ਕੇ ਮੈਨੂੰ ਅੰਬਰ ਦੇ ਵਿੱਚ ਚੜ੍ਹਨਾ ਪਿਆ। ਮੈਨੂੰ ਆਪਣੇ ਹਿੱਸੇ ਦਾ ਯੁੱਧ ਇਉਂ ਲੜਨਾ ਪਿਆ ਕਿ ਆਪਣੇ ਅੰਦਰਲੇ ਦੁਸ਼ਮਣ ਨੂੰ ਖੁਦ ਫੜਨਾ ਪਿਆ। ਇੱਕ ਹੋਰ ਗਜ਼ਲ ਸਾਂਝੀ ਕਰ ਰਿਹਾ ਤੁਹਾਡੇ ਨਾਲ ਜੀ। ਤੇਰੇ ਤੋਂ ਵਿਛੜ ਕੇ ਮਹਿਸੂਸ ਹੋਇਆ ਹਾਦਸਾ ਕੀ ਹੈ। ਤੇਰੇ ਤੋਂ ਵਿਛੜ ਕੇ ਮਹਿਸੂਸ ਹੋਇਆ ਹਾਦਸਾ ਕੀ ਹੈ। ਜੁਦਾਈ ਕੀ ਹੈ, ਜੀਵਨ ਮੌਤ ਜੁੜਨਾ ਟੁੱਟਣਾ ਕੀ ਹੈ। ਕਿ ਮੈਂ ਅੱਖ ਝਪਕੇ ਬਿਨਾ ਅਸਮਾਨ ਵੱਲ ਤੱਕਦਾ ਰਿਹਾ ਦਿਨ ਭਰ। ਮੈਂ ਅੱਖ ਝਪਕੇ ਬਿਨਾ ਅਸਮਾਨ ਵੱਲ ਤੱਕਦਾ ਰਿਹਾ ਦਿਨ ਭਰ। ਹਵਾ ਬੋਲੀ, ਹਵਾ ਵਿੱਚ ਦੱਸ ਤੇਰਾ ਗੁੰਮਿਆ ਕੀ ਹੈ। ਮੈਂ ਅੱਖ ਝਪਕੇ ਬਿਨਾ ਅਸਮਾਨ ਵੱਲ ਤੱਕਦਾ ਰਿਹਾ ਦਿਨ ਭਰ। ਹਵਾ ਬੋਲੀ, ਹਵਾ ਵਿੱਚ ਦੱਸ ਤੇਰਾ ਗੁੰਮਿਆ ਕੀ ਹੈ। ਹਜ਼ਾਰਾਂ ਵਾਰ ਚਿਤਰੀ ਕੰਬਦੇ ਹੱਥਾਂ ਨਾਲ ਸਫ਼ਿਆਂ ਤੇ, ਹਜ਼ਾਰਾਂ ਵਾਰ ਚਿਤਰੀ ਕੰਬਦੇ ਹੱਥਾਂ ਨਾਲ ਸਫ਼ਿਆਂ ਤੇ, ਕਦੇ ਜਾਪੇ ਕਿ ਹਾਲੇ ਪੀੜ ਨੂੰ ਮੈਂ ਜਾਣਿਆ ਕੀ ਹੈ। ਬਹੁਤ ਅੱਛੇ, ਸ਼ੁਕਰੀਆ। ਕਹਾਉਂਦੇ ਨੇ ਗਜ਼ਲ ਦੇ ਪਾਰਖੂ ਵੱਡੇ,
ਕਹਾਉਂਦੇ ਨੇ ਗਜ਼ਲ ਦੇ ਕਮਲ ਜੀ, ਕਹਾਉਂਦੇ ਨੇ ਗਜ਼ਲ ਦੇ ਪਾਰਖੂ ਵੱਡੇ, ਜੋ ਜਾਣਨ ਕੇ ਲੈ ਕੀ ਹੈ, ਰਮਜ ਕੀ ਮਤਲਾ ਕੀ, ਮਕਤਾ ਕਾਫੀਆ ਕੀ ਹੈ। ਆਖਰੀ ਸ਼ੇਰ ਹੈ, ਤੂੰ ਦੇਖ ਡੰਡੌਤ ਕਰਕੇ ਆ ਗਿਆ ਮੈਂ ਤੇਰੀ ਚੌਖਟ ਤੇ। क्या बात है। ਤੂੰ ਦੇਖ ਡੰਡੌਤ ਕਰਕੇ ਆ ਗਿਆ ਮੈਂ ਤੇਰੀ ਚੌਖਟ ਤੇ, ਜਰਾ ਦੱਸ ਜ਼ਿੰਦਗੀ ਮੇਰੇ ਲਈ ਤੂੰ ਸੋਚਿਆ ਕੀ ਹੈ। ਤੂੰ ਦੇਖ ਡੰਡੌਤ ਕਰਕੇ ਆ ਗਿਆ ਮੈਂ ਤੇਰੀ ਚੌਖਟ ਤੇ, ਜਰਾ ਦੱਸ ਜ਼ਿੰਦਗੀ ਮੇਰੇ ਲਈ ਤੂੰ ਸੋਚਿਆ ਕੀ ਹੈ। क्या बात। ਹੋਰ ਹੋ ਜਾਣਾ ਇੱਕ ਦੋ ਸ਼ੇਰ। हाँ जे ਇਹਦੇ ਨਾਲ ਜੁੜਦੇ ਨੇ ਜ਼ਰੂਰ, नो प्रॉब्लम। ਹਾਂ ਮੈਨੂੰ ਇਉਂ ਵਿਸਥਾਰ ਦੇਵਣ ਲੱਗਿਆ ਹਾਂ, ਮੈਨੂੰ ਇਉਂ ਵਿਸਥਾਰ ਦੇਵਣ ਲੱਗਿਆ ਹਾਂ, ਕਤਰਾ ਹੋ ਕੇ ਵੀ ਮੈਂ ਉਛਲਣ ਲੱਗਿਆ ਹਾਂ। क्या बात है। ਰੜਕਦਾ ਹਾਂ ਚੰਨ ਸੂਰਜ ਤਾਰਿਆਂ ਨੂੰ, ਰੜਕਦਾ ਹਾਂ ਚੰਨ ਸੂਰਜ ਤਾਰਿਆਂ ਨੂੰ, ਮਿੱਟੀ ਚੋਂ ਜਿਸ ਦਿਨ ਦਾ ਚਮਕਣ ਲੱਗਿਆ ਹਾਂ। बहुत बढ़िया। ਜ਼ਿਹਨ ਵਿੱਚ ਡਰ ਦਸਤਖਤ ਇਉਂ ਕਰ ਗਿਆ ਹੈ, ਜ਼ਿਹਨ ਵਿੱਚ ਡਰ ਦਸਤਖਤ ਇਉਂ ਕਰ ਗਿਆ ਹੈ, ਆਪਣੀ ਨੀਂਦਰ ਵਿੱਚ ਵੀ ਜਾਗਣ ਲੱਗਿਆ ਹਾਂ। बहुत अच्छे। ਚਾਨਣੀ ਝਰਨੇ ਨਦੀ ਫੁੱਲ ਦਿਸਣ ਮੈਨੂੰ, ਚਾਨਣੀ ਝਰਨੇ ਨਦੀ ਫੁੱਲ ਦਿਸਣ ਮੈਨੂੰ, ਮਨ ਚ ਜਦ ਵੀ ਤੈਨੂੰ ਚਿਤਵਣ ਲੱਗਿਆ ਹਾਂ। ਮੈਂ ਚੁਭਾਂਗਾ ਨਹੀਂ ਕਿਸੇ ਦੇ ਪੈਰ ਥੱਲੇ, ਮੈਂ ਚੁਭਾਂਗਾ ਨਹੀਂ ਕਿਸੇ ਦੇ ਪੈਰ ਥੱਲੇ, ਚਾਹੇ ਸ਼ੀਸ਼ੇ ਵਾਂਗ ਟੁੱਟਣ ਲੱਗਿਆ ਹਾਂ। ਕੈਸਾ ਸੂਰਜ ਹਾਂ ਕਿ ਪੱਛਮ ਦੀ ਬਜਾਏ, ਕੈਸਾ ਸੂਰਜ ਹਾਂ ਕਿ ਪੱਛਮ ਦੀ ਬਜਾਏ, ਮੈਂ ਤਾਂ ਪੂਰਬ ਵਿੱਚ ਅਸਤਣ ਲੱਗਿਆ ਹਾਂ। क्या बात है। ਮੇਰੇ ਰਾਹ ਦੇ ਰੁੱਖ ਤਾਂ ਅੱਗਾਂ ਸੁੱਟ ਰਹੇ ਨੇ, ਮੇਰੇ ਰਾਹ ਦੇ ਰੁੱਖ ਤਾਂ ਅੱਗਾਂ ਸੁੱਟ ਰਹੇ ਨੇ, ਆਪਣੀ ਛਾਵੇਂ ਮੈਂ ਬੈਠਣ ਲੱਗਿਆ ਹਾਂ। ਪਿਆਸ ਨੇ ਮੈਨੂੰ ਕਿਸੇ ਜੋਗਾ ਨਹੀਂ ਛੱਡਿਆ ਜੀ, ਪਿਆਸ ਨੇ ਮੈਨੂੰ ਕਿਸੇ ਜੋਗਾ ਨਹੀਂ ਛੱਡਿਆ, ਹੋ ਕੇ ਬੱਦਲ ਖੁਦ ਤੇ ਬਰਸਣ ਲੱਗਿਆ ਹਾਂ। ਆਖਰੀ ਸ਼ੇਰ ਜਿਹੜਾ, ਘੁੱਟ ਕੇ ਸੀਨੇ ਲਾ ਲਵੀਂ ਹੁਣ ਧਰਤੀਏ ਨਹੀਂ, ਘੁੱਟ ਕੇ ਸੀਨੇ ਲਾ ਲਵੀਂ ਹੁਣ ਧਰਤੀਏ ਨਹੀਂ, ਮੈਂ ਕਿਸੇ ਦੇ ਦਿਲ ਚੋਂ ਨਿਕਲਣ ਲੱਗਿਆ ਹਾਂ। क्या बात है, क्या बात है। ਘੁੱਟ ਕੇ ਸੀਨੇ ਲਾ ਲਵੀਂ ਹੁਣ ਧਰਤੀਏ ਨਹੀਂ, ਮੈਂ ਕਿਸੇ ਦੇ ਦਿਲ ਚੋਂ ਨਿਕਲਣ ਲੱਗਿਆ ਹਾਂ। बहुत बढ़िया अमरिंदर सो, बहुत अच्छे, बहुत खूब। दोस्तों ਇਸ ਤੋਂ ਬਾਅਦ ਸਾਡੇ ਕੋਲੇ ਗੁਰਪ੍ਰੀਤ ਬੋੜਾਵਾਲ ਹੋਰੀ ਨੇ। ਇਸ ਤੋਂ ਪਹਿਲਾਂ ਕਿ ਅਸੀਂ ਉਹਨਾਂ ਨੂੰ ਸੁਣੀਏ, ਮੈਂ ਗੁਰਦਿੱਤ ਸਿੱਖ ਨੂੰ ਇੱਕ ਵਾਰੀ ਹੋਰ ਸੱਦਾ ਦੇ ਰਿਹਾ, ਜੇ ਉਹ ਸਾਡੇ ਨਾਲ ਅਟੈਚ ਹੋ ਗਏ ਤਾਂ ਮੈਨੂੰ ਦੱਸਣ ਪਲੀਜ਼, ਉਹਨਾਂ ਦੀ ਆਵਾਜ਼ ਜੇ ਕਨੈਕਟ ਹੋ ਗਈ ਤਾਂ। ਤੇ ਲਖਵਿੰਦਰ ਦੇ ਇੱਕ ਦੋ ਸ਼ੇਰ ਬਾਕੀ ਰਹਿ ਗਏ ਸੀ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਕਿ ਉਹ ਆਪਣੀ ਜਿਹੜੀ ਆਖਰੀ ਗਜ਼ਲ ਹੈ ਉਹਦੇ ਸ਼ੇਰ ਦੁਬਾਰਾ ਕਹਿ ਸਕਦੇ ਨੇ। ਉਸ ਤੋਂ ਬਾਅਦ ਆਪਾਂ ਗੁਰਪ੍ਰੀਤ ਬੋੜਾਵਾਲ ਹੋਰਾਂ ਨੂੰ ਸੁਣਾਂਗੇ। ਮੇਰੇ ਖਿਆਲ ਦੇ ਵਿੱਚ ਗੁਰਦਿੱਤ ਸਿੱਖ ਤੋਂ ਸਾਡੇ ਨਾਲ ਉਹਨਾਂ ਦੀ ਆਵਾਜ਼ ਕਨੈਕਟ ਨਹੀਂ ਹੋ ਸਕੀ। ਤੇ ਸਰ ਜੀ ਆਵਾਜ਼ ਆ ਰਹੀ ਸਰ? हाँ बिल्कुल आ रही है जी। लखविंदर जी सर, मैं सर एक दूसरी गजल अपनी कर रहा जी। मत्थे ते हथ धर के जदों दुआ दिंदी है, मत्थे ते हथ धर के जदों दुआ दिंदी है, सर अपनी वीडियो ऑन करो। वदियां दे नक्श, मत्थे ते हथ धर के जदों दुआ दिंदी है, ਮਸਤਕ ਤੋਂ ਵਧੀਆਂ ਦੇ ਨਕਸ਼ ਮਿਟਾ ਦਿੰਦੀ ਹੈ, ਜਿਸ ਟਾਹਣੀ ਨੂੰ ਉਹ ਜਾ ਕੇ ਹੱਥ ਲਾ ਦਿੰਦੀ ਹੈ, ਪੱਤਿਆਂ ਨੂੰ ਵੀ ਸੂਹਾ ਰੰਗ ਚੜਾ ਦਿੰਦੀ ਹੈ। ਬਹੁਤ ਅੱਛਾ ਸ਼ੇਰ ਦੇਖਣਾ ਕਿ ਪਲਕ ਝੁਕਾ ਕੇ
ਪਲਕ ਉਠਾ ਕੇ ਵੇਂਦੀ ਜਦ ਉਹ, ਪਲਕ ਝੁਕਾ ਕੇ ਪਲਕ ਉਠਾ ਕੇ ਵੇਂਦੀ ਜਦ ਉਹ, ਸਦੀਆਂ ਦੀ ਭੁੱਖ ਨੈਣਾ ਵਿੱਚੋਂ ਲਾਹ ਦਿੰਦੀ ਹੈ। ਬਹੁਤ ਅੱਛਾ। ਸ਼ੇਰ ਦੇਖਣਾ ਕਿ ਦਿਲ ਦੀ ਧੜਕਣ ਤਾਲ 'ਚ ਉਦੋਂ ਧੜਕਣ ਲੱਗਦੀ, ਦਿਲ ਦੀ ਧੜਕਣ ਤਾਲ 'ਚ ਉਦੋਂ ਧੜਕਣ ਲੱਗਦੀ, ਜਦ ਉਹ ਸੂਹੇ ਬੁੱਲਾਂ ਨੂੰ ਫਰਕਾ ਦਿੰਦੀ ਹੈ। ਸ਼ੇਰ ਦੇਖਣਾ ਕਿ ਜ਼ਿਕਰ ਉਹਦਾ ਜੇ ਕਰਦਾ ਆਪਣੀ ਰਚਨਾ ਅੰਦਰ, ਜ਼ਿਕਰ ਉਹਦਾ ਜੇ ਕਰਦਾ ਆਪਣੀ ਰਚਨਾ ਅੰਦਰ, ਰੱਬ ਦੀ ਸਹੁੰ ਉਹ ਲਫ਼ਜ਼ਾਂ ਨੂੰ ਮਹਿਕਾ ਦਿੰਦੀ ਹੈ। ਬਹੁਤ ਅੱਛੇ, ਬਹੁਤ ਅੱਛੇ। ਆਖਰੀ ਸ਼ੇਰ ਦੇਖਣਾ ਗੱਲ ਕਿ ਮੈਂ ਉਹਦੀ ਜਦ ਮੰਗ ਸੰਧੂਰੀ ਕਰ ਦਿੰਦਾ ਹਾਂ, ਮੈਂ ਉਹਦੀ ਜਦ ਮੰਗ ਸੰਧੂਰੀ ਕਰ ਦਿੰਦਾ ਹਾਂ, ਉਹ ਮੇਰੇ ਖਾਬਾਂ ਦੇ ਸੁਰਮਾ ਪਾ ਦਿੰਦੀ ਹੈ। ਮੱਥੇ ਤੇ ਹੱਥ ਧਰ ਕੇ ਜਦੋਂ ਦੁਆ ਦਿੰਦੀ ਹੈ, ਮਸਤਕ ਤੋਂ ਬਦੀਆਂ ਦੇ ਨਕਸ਼ ਮਿਟਾ ਦਿੰਦੀ ਹੈ। ਬਹੁਤ ਵਧੀਆ ਰੁਪਿੰਦਰ, ਬਹੁਤ ਅੱਛਾ। ਮੁਹੱਬਤ ਦੇ ਰੰਗ ਨੂੰ ਤੁਸੀਂ ਬਹੁਤ ਸੂਖਮਤਾ ਦੇ ਨਾਲ ਪੇਸ਼ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪਾਂ ਮਾਣੀਏ ਗੁਰਪ੍ਰੀਤ ਬੋੜਾਵਾਲ ਹੋਰਾਂ ਨੂੰ। ਗੁਰਪ੍ਰੀਤ ਬੋੜਾਵਾਲ ਹੋਰਾਂ ਦੀ ਇੱਕ ਕਿਤਾਬ ਮਾਤੇਸ਼ਵਰੀ ਆਈ ਹੈ, ਬਹੁਤ ਸੂਖਮਤਾ ਦੀ ਸ਼ਾਇਰੀ ਲਿਖਦੇ ਨੇ, ਪਿੰਡ ਦੇ ਵਿੱਚ ਰਹਿੰਦੇ ਨੇ, ਦਿੱਲੀ ਦੇ ਵਿੱਚ ਦੇਸ਼ ਦੀ ਰਾਜਧਾਨੀ ਦੇ ਵਿੱਚ PhD ਕਰ ਰਹੇ ਨੇ। ਪਿੰਡ ਤੇ ਮਹਾਨਗਰ ਦਾ ਸੁਮੇਲ ਇਹਨਾਂ ਦੀ ਕਵਿਤਾ ਦੇ ਵਿੱਚ ਕਿਤੇ ਨਾ ਕਿਤੇ ਸ਼ਾਮਲ ਹੁੰਦਾ ਹੈ। ਗੁਰਪ੍ਰੀਤ ਬੋੜਾਵਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। आवाज आ रही है जी? आ रही है जी। पहली कविता है महक मरी नहीं। ਤੁਸੀਂ ਵੀਡੀਓ ਆਪਣੀ ਔਨ ਕਰ ਲਓ ਗੁਰਪ੍ਰੀਤ। ਜੀ ਹਾਂਜੀ ਗੁਰਪ੍ਰੀਤ, ऑन होगी जी? नहीं वीडियो तो नहीं ऑन हुई है कि कोई नेटवर्क या तो कमजोर हो सकता है, इस करके ना हुई होवे। चलो तुसी कोई नहीं, कंटिन्यू करो जी। पहली कविता है महक मरी नहीं। जिस मिट्टी ते हल वाहुंदियां मेरे बापू दा मुड़का तमाम उम्र डुलिया। जिस मिट्टी ते हल वाहुंदियां मेरे बापू दा मुड़का तमाम उम्र डुलिया, जिस मिट्टी ते मेरे मां दियां किरत करेंदियां उमरां गुजरियां, जिस मिट्टी ते मिट्टी नाल मिट्टी हुंदियां जवानी कद्दावर होई, जिस मिट्टी ते उंगलां दे पोटियां नाल बाबे दियां ओटां वाईयां ते पैरां ने तुरन दे राज सिखे, जिस मिट्टी नूं खादा, जिस मिट्टी नूं पीता, जिस मिट्टी नूं पहनिया, जिस मिट्टी ने वड्डा कीता। बहुत अच्छे। जिस मिट्टी नूं खादा, जिस मिट्टी नूं पीता, जिस मिट्टी नूं पहनिया, जिस मिट्टी ने वड्डा कीता, उस मिट्टी दी राखी लई अज काफले च आ रलिया हां। हाकम नूं दसदे हां अजे मेरे नौहां चों मिट्टी दी महक नहीं है। क्या बात है, क्या बात है। अज मेरे नौहां चों मिट्टी महक रही है। दूसरी कविता है हाकम ने हक मंगदे निमाणियां निताणियां लिताड़ियां ते पत्थर वराई। थोड़ा जिहा नेड़े होके, तो किते किते आवाज कटदी है गुरप्रीत जी। हाकम ने हक मंगदे निमाणियां निताणियां लिताड़ियां ते पत्थर वराई। निमाणियां निताणियां लिताड़ियां ने पत्थरां नूं चुक चुल्हे बना लए। वाह। चुल्हे दी अग वेख हाकम घबराहट विच है। थैंक यू। दो कविता ली। बहुत अच्छा। हाँ जी, थैंक यू। ਗੁਰਪ੍ਰੀਤ ਦੀ ਕਵਿਤਾ ਦੇ ਵਿੱਚ ਜਿਵੇਂ ਆਪਾਂ ਦੇਖਿਆ ਕਿ ਮਾਨਸਾ ਦੇ ਬਿਲਕੁਲ ਇੰਟੀਰੀਅਰ 'ਚ ਵਸਦਾ ਇੱਕ ਨੌਜਵਾਨ ਕਿਵੇਂ ਦਿੱਲੀ ਨੂੰ ਮਹਿਸੂਸ ਕਰਦਾ ਹੈ ਅਲੱਗ-ਅਲੱਗ ਧਰਾਤਲਾਂ ਤੇ। ਇੱਕ ਧਰਾਤਲ ਉਹ ਹੈ ਜਿੱਥੇ PhD ਕਰਦਾ ਹੈ, ਇੱਕ ਧਰਾਤਲ ਉਹ ਹੈ ਜਿੱਥੇ ਕਿਸਾਨੀ ਦਾ ਧਰਾਤਲ ਹੈ। ਕਿਵੇਂ ਪਿੰਡ ਦਿੱਲੀ ਨਾਲ ਜਾ ਕੇ ਜੂਝਦਾ ਤੇ ਦਸਤ ਪੰਗਾ ਲੈਂਦਾ ਹੈ, ਉਹ ਸਾਰਾ ਕੁਛ ਗੁਰਪ੍ਰੀਤ ਦੀ ਕਵਿਤਾ ਦੇ ਵਿੱਚ ਤੁਸੀਂ ਸੁਣਿਆ ਤੇ ਮਾਣਿਆ। ਸੋ ਆਪਣੇ 10 ਸ਼ਾਇਰ 9 ਸ਼ਾਇਰ ਗੁਰਦਿੱਤ ਸੇਖੋਂ ਹੋਰੀ ਕੁਦਰਤੀ ਸਾਡੇ ਨਾਲ ਨਹੀਂ ਜੁੜ ਸਕੇ ਤੇ ਉਹਨਾਂ ਦੇ ਕੋਈ ਆਵਾਜ਼ ਦੀ ਪ੍ਰੋਬਲਮ ਸੀ, ਉਹਨਾਂ ਨੂੰ ਆਪਾਂ ਕਿਸੇ ਹੋਰ ਰਾਉਂਡ ਦੇ ਵਿੱਚ ਅਗਲੀ ਵਾਰੀ ਸ਼ਾਮਲ ਕਰਾਂਗੇ। ਤੇ ਹੁਣ ਸਾਡੇ ਨਾਲ ਪ੍ਰੋਫੈਸਰ ਆਤਮ ਰੰਧਾਵਾ ਜੀ ਨੇ, ਜਿਹੜੇ ਲਗਾਤਾਰ
ਚੁੱਪ ਰਹਿ ਕੇ ਸਾਨੂੰ ਮਾਣਦੇ ਰਹੇ ਨੇ, ਤੁਹਾਨੂੰ ਸੁਣਦੇ ਰਹੇ ਨੇ ਸਾਡੇ ਸ਼ਾਇਰਾਂ ਨੂੰ, ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਅੱਜ ਦੀ ਜੋ ਵਿਸ਼ੇਸ਼ਕ ਟਿੱਪਣੀ ਹੈ ਉਹ ਸਾਡੇ ਦਰਸ਼ਕਾਂ ਦੇ ਨਾਲ ਤੇ ਸਾਡੇ ਸ਼ਾਇਰਾਂ ਦੇ ਨਾਲ ਸਾਂਝੀ ਕਰਨ। ਪ੍ਰੋਫੈਸਰ ਆਤਮ ਰੰਧਾਵਾ ਜੀ। ਹਾਂਜੀ, ਸ਼ੁਕਰੀਆ ਦੀਪ ਜੀ। ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਇਸ ਕਵੀਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਬਹੁਤ ਖੂਬਸੂਰਤ ਨਜ਼ਮਾਂ ਤੇ ਗਜ਼ਲਾਂ ਸਾਡੇ ਸਨਮੁਖ ਕੀਤੀਆਂ ਨੇ। ਉਸ ਤੋਂ ਬਾਅਦ ਸ਼ੁਕਰਗੁਜ਼ਾਰ ਡਾਕਟਰ ਕੁਲਦੀਪ ਜੀ ਹੁਣਾਂ ਦਾ ਕਿ ਜਿਨ੍ਹਾਂ ਨੇ ਇੰਨਾ ਖੂਬਸੂਰਤ ਪਲੇਟਫਾਰਮ ਮੁਹੱਈਆ ਕਰਾਇਆ ਕਿ ਸਾਨੂੰ ਨਵੀਂ ਪੰਜਾਬੀ ਕਵਿਤਾ ਦਾ ਜਿਹੜਾ ਨਵਾਂ ਮੁਹਾਵਰਾ ਹੈ ਉਹਦੇ ਰੂਬਰੂ ਕੀਤਾ। ਮੈਨੂੰ ਬਹੁਤ ਖੁਸ਼ੀ ਹੋਈ ਕਿ ਇੰਨੀਆਂ ਖੂਬਸੂਰਤ ਨਜ਼ਮਾਂ ਤੇ ਬਹੁਤ ਪਰਪੱਕ ਗਜ਼ਲਾਂ ਜਿਹੜੀਆਂ ਉਹ ਸੁਣਨ ਨੂੰ ਮਿਲੀਆਂ। ਤੇ ਮੈਂ ਇਸ ਸਾਰੇ ਟੋਟਲ ਜੇ ਪ੍ਰੋਗਰਾਮ ਦਾ ਰਿਵਿਊ ਕਰਨਾ ਹੋਵੇ ਤਾਂ ਮੈਂ ਕਹਿ ਸਕਦਾ ਕਿ ਇਸ ਸਾਰੇ ਸ਼ਾਇਰਾਂ ਦੀ ਸ਼ਾਇਰੀ ਚੋਂ ਪੰਜਾਬੀ ਕਵਿਤਾ ਦਾ ਸੁਨਹਿਰੀ ਭਿੱਖ ਅਸੀਂ ਵੇਖ ਸਕਦੇ ਹਾਂ। ਸੋ ਇਹ ਸਾਡਾ ਜਿਹੜਾ ਸਰਮਾਇਆ ਵਾ ਆਉਣ ਵਾਲੀ ਸਮੇਂ ਦੀ ਕਵਿਤਾ ਦਾ, ਜਿਹੜਾ ਵੰਨ-ਸੁਵੰਨੀਆਂ ਸੰਵੇਦਨਾ ਨਾਲ ਜਾਂ ਲਹਿਜੇ ਨਾਲ ਸਾਡੇ ਸਾਹਮਣੇ ਪੇਸ਼ ਹੋਇਆ। ਤੇ ਦੀਪ ਜੀ ਨੇ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਕਿ ਨਵੀਂ ਕਵਿਤਾ ਜਿਹੜੀ ਉਹ ਨਵਾਂ ਮੁਹਾਂਦਰਾ ਲੈ ਕੇ ਆਉਂਦੀ ਆ। ਕਿਉਂ ਲੈ ਕੇ ਆਉਂਦੀ ਆ? ਕਿਉਂਕਿ ਉਹ ਸਾਡਾ ਸਮਕਾਲ, ਆਲੇ ਦੁਆਲੇ ਦਾ ਸਮਕਾਲ ਬਦਲਿਆ ਹੋਇਆ ਹੈ, ਸਾਡੀ ਵਸਤੂ ਸਥਿਤੀ ਬਦਲ ਗਈ ਹੈ, ਸਾਡੇ ਵਿਚਾਰਧਾਰਕ ਪਰਪੇਖ ਬਦਲ ਗਏ ਨੇ। ਸੋ ਸਾਡੇ ਪਾਠਕ ਵੀ ਆਉਣ ਵਾਲੇ ਸਮੇਂ 'ਚ ਬਦਲ ਜਾਣੇ ਨੇ ਜੇ ਉਸ ਵਸਤੂ ਸਥਿਤੀ ਨੂੰ ਪੇਸ਼ ਨਹੀਂ ਹੋਊਗਾ ਜਿਹੜਾ ਸਾਡੇ ਸਾਹਮਣੇ ਇਸ ਵੇਲੇ ਹੋ ਰਹੀ ਹੈ। ਸੋ ਨਵੀਂ ਪੀੜ੍ਹੀ ਦੇ ਪਾਠਕ ਇਸ ਪੀੜ੍ਹੀ ਨਾਲ ਜ਼ਿਆਦਾ ਜੁੜਨਗੇ। ਇਸ ਪੀੜ੍ਹੀ ਦੇ ਵਿੱਚ ਜਿਹੜੇ ਬਿੰਬ, ਮੈਟਾਫਰ ਜਾਂ ਚਿੰਨ੍ਹ ਪ੍ਰਤੀਕ ਵਰਤੇ ਨੇ ਉਹ ਨਵੀਂ ਪੀੜ੍ਹੀ ਜ਼ਿਆਦਾ ਸਮਝੂਗੀ। ਸੋ ਸਮਕਾਲ ਦੀ ਕਵਿਤਾ ਦਾ ਨਵਾਂ ਮੁਹਾਂਦਰਾ ਹੋਣਾ, ਨਵੇਂ ਤਰੀਕੇ ਦੀ ਕੋਡਿੰਗ, ਇਹਨੂੰ ਆਪਾਂ ਕਹਿੰਦੇ ਆ ਕੋਡਿੰਗ ਹੋਣਾ, ਜਿਹਨੂੰ ਕਿ ਨਵੀਂ ਪੀੜ੍ਹੀ ਛੇਤੀ ਨਾਲ ਡੀਕੋਡ ਕਰ ਲਏਗੀ। ਸੋ ਇਹ ਸਮਕਾਲ ਦੇ ਵਿੱਚ ਜਿਹੜੀ ਕਵਿਤਾ ਲਿਖੀ ਜਾ ਰਹੀ ਹੈ ਨਵਿਆਂ ਦੁਆਰਾ, ਉਹ ਇਹਦੀ ਖਾਸੀਅਤ ਆ ਬਣ ਜਾਂਦੀ। ਸੋ ਹੁਣ ਮੈਂ ਜੇ ਥੋੜੀ ਡਿਟੇਲ ਨਾਲ ਗੱਲ ਕਰਾਂ, ਸਭ ਤੋਂ ਪਹਿਲਾਂ ਪਵਨਦੀਪ ਨੇ ਬਹੁਤ ਖੂਬਸੂਰਤ 2 ਸਾਨੂੰ ਰਚਨਾਵਾਂ ਸੁਣਾਈਆਂ ਸੀਗੀਆਂ ਤੇ ਉਹਦੇ 'ਚ ਇੱਕ ਹੈਗੀ ਸੀਗੀ ਜਿਸ ਤਰੀਕੇ ਨਾਲ ਉਹ ਸ਼ਬਦਾਂ 'ਚ ਜੀਣ ਦੀ ਗੱਲ ਕਰ ਰਹੀ ਸੀ। ਸੋ ਇਹ ਚੇਤਨਾ ਜਿਹੜੀ ਸ਼ਬਦਾਂ 'ਚ ਜਿਉਣ ਦੀ ਹੈ ਉਹ ਬੜੀ ਖੂਬਸੂਰਤ ਅਹਿਸਾਸ ਲੈ ਕੇ ਜਾਂਦੀ ਹੈ, ਕਿਉਂਕਿ ਸ਼ਬਦ ਸਾਡੇ ਗੁਰੂ ਵੀ ਹੈ। ਸ਼ਬਦ ਸਾਡੂ ਮਨੁੱਖ ਨੂੰ ਜਾਨਵਰਾਂ ਨਾਲੋਂ, ਜੰਗਲੀ ਬੰਦਾ ਸੀ ਜਦੋਂ, ਉਹਦੇ ਨਾਲੋਂ ਨਖੇੜਨ ਲਈ ਸਿਰਫ ਇੱਕੋ ਚੀਜ਼ ਸਾਡੇ 'ਚ ਅੰਤਰ ਆ ਉਹਨਾਂ ਨਾਲੋਂ, ਕਿ ਸਾਨੂੰ ਸ਼ਬਦ ਮਿਲੇ। ਸ਼ਬਦ ਤੋਂ ਸੋਝੀ ਮਿਲਦੀ ਹੈ ਤੇ ਸੋਝੀ ਨੇ ਸਾਰੇ ਮਨੁੱਖ ਨੂੰ ਕੁਦਰਤ ਦੇ ਵਿੱਚ, ਬ੍ਰਹਿਮੰਡ ਦੇ ਵਿੱਚ ਇੱਕ ਅਸਰਫਲ ਮਖਲੂਕਾਤ ਕਹਿ ਲਓ ਕਿ ਬਿਲਕੁਲ ਵੱਖਰਾ ਜੀਵ ਸਾਨੂੰ ਬਣਾ ਦਿੱਤਾ। ਸੋ ਉਸ ਸ਼ਬਦ ਨਾਲ ਜੁੜਨ ਦੀ ਚੇਤਨਾ ਬੜੀ ਵਧੀਆ ਸੀ। ਫਿਰ ਜਿਹੜੀ ਉਸਨੇ ਨਵੀਂ ਇਸ ਵੇਲੇ ਸਾਨੂੰ ਮੁਸ਼ਕਲ ਸੀ ਸਭ ਤੋਂ ਵੱਡੀ ਲਾਕਡਾਊਨ ਦੀ, ਉਹਦੇ 'ਚ ਕੁਆਰੰਟਾਈਨ ਸਿਸਟਮ ਦੇ ਵਿੱਚ ਜਿੱਦਾਂ ਅਸੀਂ ਰਹੇ, ਇਕਾਂਤਵਾਸ ਜਿਹਨੂੰ ਕਹਿੰਦੇ ਆਪਾਂ, ਇਕਾਂਤਵਾਸ ਦੇ ਵਿੱਚ ਜਿਹੜੀ ਸਾਈਕੀ ਸਾਡੀ ਡਿਵੈਲਪ ਹੋਈ, ਜਿਸ ਤਰ੍ਹਾਂ ਦਾ ਸਾਡਾ ਜੀਵਨ ਦੀਆਂ ਤਰਜੀਹਾਂ ਬਦਲ ਗਈਆਂ, ਜੀਵਨ ਦਾ ਸਲੀਕਾ ਬਦਲ ਗਿਆ ਅਸੀਂ ਅੰਦਰਾਂ ਦੇ ਵਿੱਚ, ਉਸ ਤਰੀਕੇ ਨਾਲ ਜਿੱਦਾਂ ਦੱਸਦਿਆਂ ਸਿਮਟ ਦੀ ਜ਼ਿੰਦਗੀ ਦਾ ਮੈਟਾਫਰ ਉਸਨੇ ਵਰਤਿਆ, ਮੈਨੂੰ ਬਹੁਤ ਖੂਬਸੂਰਤ ਲੱਗੀ। ਸੋ ਇੱਕ ਨਿਰਵਾਣ ਦੇ ਬਾਰੇ ਵੀ ਉਹਨੇ ਕਵਿਤਾ ਸੀ, ਬਹੁਤ ਖੂਬਸੂਰਤ, ਮੈਨੂੰ ਉਸ ਕਵਿਤਾ ਨੇ ਜਾਣੀ ਕਿ ਮੋਹਿਆ ਆ ਜੀ। ਦੂਸਰੇ ਕਮਲ ਜੀ ਸੀਗੇ ਬਾਲ ਕਲਾਂ ਵਾਲੇ, ਉਹਨਾਂ ਦੀ ਕਵਿਤਾ ਦੇ ਵਿੱਚ ਜਿਹੜੀ ਸੁਪਨਿਆਂ ਦਾ ਖਾਸ ਤੌਰ ਤੇ ਬੜਾ ਕੋਡਿੰਗ ਕੀਤੀ ਹੋਈ ਸੀ, ਜਾਂ ਇੱਕ ਗਜ਼ਲ ਸੀ। ਜਿਹੜੀ ਗਜ਼ਲ ਦੇ ਬਾਰੇ ਮੈਂ ਇੱਕ ਗੱਲ ਭੁੱਲ ਨਾ ਜਾਵਾਂ, ਇਸ ਵੇਲੇ ਮੈਨੂੰ ਜਿੰਨੀ ਸਾਰੀਆਂ ਬਹੁਤੇ ਜਾਣਿਆਂ ਨੇ ਗਜ਼ਲਾਂ ਦੇ ਸ਼ੇਅਰ ਆਪਣੇ ਕਹੇ ਹੋਏ ਆ, ਤੇ ਮੈਨੂੰ ਇਸ ਨਵੀਂ ਗਜ਼ਲ ਦੀ ਜਿਹੜੀ ਉਹਦੀ ਬਹਿਰ ਦਾ ਖਿਆਲ ਰੱਖਿਆ, ਜਿਸ ਤਰੀਕੇ ਨਾਲ, ਜਿਸ ਲਹਿਜੇ ਦੇ ਵਿੱਚ, ਸਭ ਤੋਂ ਵੱਧ ਜਾਣੀ ਕਿ ਜਾਬਤੇ ਵਾਲੀ, ਸਖਤ ਜਾਬਤੇ ਵਾਲੀ ਵਿਧਾ ਵਾ ਜਿਹੜੀ, ਉਹ ਗਜ਼ਲ ਹੈ। ਤੇ ਸਾਡੇ ਜਿਹੜੇ ਨਵੇਂ ਸ਼ਾਇਰ ਆ, ਜਿਸ ਬਾਖੂਬੀ ਨਾਲ ਉਹਦਾ ਨਿਭਾਅ ਕਰ ਰਹੇ ਨੇ, ਔਰ ਉਹਦੀਆਂ ਬਹਿਰਾਂ ਦਾ, ਉਹਦੇ ਜਿਹੜੇ ਕਾਫੀਏ ਆ, ਉਹਦੇ ਰਦੀਫ ਆ ਜਿਹੜੇ, ਜਾਂ ਉਹਦੇ 'ਚ ਸਕਤੇ ਨਾ ਪੈਣ, ਉਸ ਤਰੀਕੇ ਦਾ ਜਿਹੜਾ ਵਹਾਓ ਮੈਂ ਲੈ ਵੇਖੀ ਆ, ਉਹ ਮੈਨੂੰ ਬਹੁਤ ਚੰਗੀ ਲੱਗੀ ਕਿ ਇਸ ਵੇਲੇ ਜਿਹੜੀ ਗਜ਼ਲ ਆ ਉਹ ਬਹੁਤ ਵਧੀਆ ਸਿਰਜੀ ਜਾ ਰਹੀ ਆ। ਤੇ ਗਜ਼ਲ ਦੇ ਵਿੱਚ ਹੀ ਸਾਨੂੰ ਲੱਗਦਾ ਹੁੰਦਾ
ਕਿ ਆਉਣ ਵਾਲੇ ਸਮੇਂ ਸਾਡੀ ਨੌਜਵਾਨ ਪੀੜ੍ਹੀ ਇਹਦੇ ਨਾਲੋਂ ਕਿਤੇ ਟੁੱਟ ਨਾ ਜਾਵੇ, ਕਿਉਂਕਿ ਮਿਹਨਤ ਦਾ ਥੋੜਾ ਜਿਹਾ ਇਹਦੇ ਨਾਲ ਜੁੜਿਆ ਹੋਇਆ, ਇਹਨੂੰ ਸਮਝਣ ਦਾ, ਇਹਦੇ ਨਾਲ ਜੁੜਨ ਦਾ, ਇਹਨੂੰ ਕਹਿ ਲਓ ਇਹਦੇ ਜਿਹੜੇ ਵਿਧਾਨ ਆ ਉਹਨੂੰ ਸਿੱਖਣ ਦਾ ਵੀ ਥੋੜਾ ਜਿਹਾ ਲੋੜ ਪੈਂਦੀ ਆ। ਸੋ ਉਧਰੋਂ ਲੋਕ ਕੰਨੀ ਕਤਰਾਉਂਦੇ ਆ, ਉਸ ਪਾਸਿਓਂ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਬਹੁਤ ਸਾਰੇ ਸ਼ਾਇਰ ਜਿਹੜੇ ਆ ਉਹ ਬਹੁਤ ਵਧੀਆ ਗਜ਼ਲ ਇਸ ਵੇਲੇ, ਇਹਨਾਂ ਚੋਂ ਸਾਰਿਆਂ ਨੇ ਲਗਭਗ ਗਜ਼ਲ ਸਾਡੇ ਨਾਲ ਸਾਂਝੀ ਕੀਤੀ ਆ ਤੇ ਉਹ ਚੰਗੀਆਂ ਗਜ਼ਲਾਂ ਸੀਗੀਆਂ। ਸੋ ਉਸ ਦੀ ਵੀ ਜਿਹੜੀ ਪਿਆਰ ਦੀ ਤੇ ਉਹਦੇ ਵਿਗੋਚੇ ਦੀ ਇੱਕ ਬੜੀ ਵਧੀਆ ਸੂਖਮ ਭਾਵਾਂ ਵਾਲੀ ਗਜ਼ਲ ਸੀ ਕਮਲ ਬਾਲ ਕਲਾ ਨੇ, ਉਹ ਵੀ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਗਜ਼ਲ ਸੀ। ਤੇ ਬਾਕੀ ਵੀ ਗਜ਼ਲਾਂ ਜਿਹੜੀਆਂ ਸੋਸ਼ਲ ਜਾਂ ਸਿਆਸੀ ਰੰਗਤ ਵਾਲੀਆਂ ਗਜ਼ਲਾਂ ਸੀ ਉਹ ਬਹੁਤ ਕਹਿ ਲਓ ਕਿ ਜਿਸ ਤਰੀਕੇ ਨਾਲ ਕਮਲਦੀਪ ਚਲੂਰ ਦੀਆਂ ਗਜ਼ਲਾਂ ਸੀਗੀਆਂ ਜਾਂ ਉਸ ਤੋਂ ਬਾਅਦ ਅਮਰਿੰਦਰ ਸੋਲ ਦੀਆਂ ਸੀਗੀਆਂ, ਉਹ 'ਚ ਬਹੁਤ ਖੂਬਸੂਰਤ ਲੱਗੀਆਂ ਮੈਨੂੰ। ਇਸ ਤੋਂ ਬਾਅਦ ਸੀਗੇ ਲਖਵਿੰਦਰ ਸਿੰਘ, ਜਿਹੜੇ ਤੁਸੀਂ ਕਿਹਾ ਸੀਗਾ ਕਿ ਕਿਸ ਤਰੀਕੇ ਦੀ ਉਹ ਜ਼ਿੰਦਗੀ ਆਰਮੀ ਚੋਂ ਛੱਡ ਕੇ ਇੱਧਰ ਆਏ, ਤੇ ਬਹੁਤ ਮੈਨੂੰ ਉਹਨਾਂ ਦੀ ਗਜ਼ਲ ਦੇ ਵਿੱਚ ਵੀ ਉਹਨਾਂ ਨੇ 2 ਤੇ ਮੇਰਾ ਖਿਆਲ ਇੱਕ ਬਾਅਦ ਦੇ ਵਿੱਚ ਸੁਣਾਈ ਸੀ, 3 ਗਜ਼ਲਾਂ ਬਹੁਤ ਵਧੀਆ ਪਰਪੱਕ ਗਜ਼ਲ ਸੀ। ਉਹ ਵੀ ਉਹਦੇ ਜਿਹੜੇ ਖਿਆਲਾਤ ਸੀ, ਜਿਹੜੇ ਉਹਦੇ ਮੈਟਾਫਰ ਉਹਦੇ 'ਚ ਵਰਤੇ ਹੋਏ ਸੀ, ਉਹ ਕਿਸੇ ਵੀ ਪੱਖੋਂ ਸਾਡੇ ਅੱਜ ਦੇ ਜਿਹੜੇ ਸਰਮੌਰ ਸ਼ਾਇਰ ਆ ਉਹਨਾਂ ਨਾਲੋਂ ਘੱਟ ਨਹੀਂ ਸੀ ਹੈਗੇ। ਜਿਹੜੀ ਖਾਸ ਤੌਰ ਤੇ ਮਗਰੋਂ ਤੀਜੀ ਗਜ਼ਲ ਵੀ ਸੁਣਾਈ ਉਹਨਾਂ ਨੇ। ਇੰਦਰਜੀਤ ਜਾਦੂ ਹੁਣਾਂ ਦੀਆਂ ਮੈਂ ਨਜ਼ਮਾਂ ਬਹੁਤ ਮਾਣੀਆਂ, ਭਾਵੇਂ ਉਹਦੀਆਂ ਪਹਿਲੀ ਮਾਂ ਤੇ ਨਾਨਕੇ ਬਾਪੂ ਵਾਲੇ ਦੇ ਕੰਮਾਂ ਨਾਲ ਵਟਾਉਣ ਵਾਲੀ ਗੱਲ ਸੀ, ਭਾਵੇਂ ਉਹਦੀਆਂ 2 ਟਿਕਟਾਂ ਵਾਲੀ ਸੀ। ਸੋ ਉਸ 2 ਟਿਕਟਾਂ ਦੇ ਵਿੱਚ ਜਿਸ ਤਰ੍ਹਾਂ ਉਹਨੇ ਨਿਭਾ ਕੀਤਾ ਹੋਇਆ ਪੜਾ ਦਰ ਪੜਾ ਜ਼ਿੰਦਗੀ ਨਾਲ ਜੋੜ ਕੇ ਆਪਣੇ, ਉਹ ਬੜਾ ਖੂਬਸੂਰਤ ਸੀ। ਤੇ ਇਸ ਤਰ੍ਹਾਂ ਦੀ ਬੌਧਿਕਤਾ ਨਾਲ ਜਿਹੜੀ ਨਜ਼ਮ ਵੀ ਆ ਰਹੀ ਆ ਤੇ ਇੱਕ ਕੰਟੀਨਿਊ ਲੰਬੀ ਕਵਿਤਾ ਦਾ ਵੀ ਰੁਝਾਨ ਬਣ ਰਿਹਾ, ਉਹ ਵੀ ਮੈਨੂੰ ਯਾਦੂ ਦਾ ਬਹੁਤ ਖੂਬਸੂਰਤ ਲੱਗਾ। ਗੁਰਪ੍ਰੀਤ ਕੌਰ ਨੇ ਅੱਗੇ ਜਿਹੜੀ ਸਭ ਤੋਂ ਮੈਨੂੰ ਖੂਬਸੂਰਤ ਗੱਲ ਗੁਰਪ੍ਰੀਤ ਦੀ ਲੱਗੀ ਆ ਕਿ ਉਹਨੇ ਇੱਕ ਸਾਡੇ ਕੋਲ ਬਹੁਤ ਖੂਬਸੂਰਤ ਸ਼ੁਰੂ ਦੇ ਵਿੱਚ ਵੀ ਮੱਧਕਾਲ ਤੋਂ ਚੱਲੀ ਆਉਂਦੀ ਸੀਗੀ ਗੁਰਬਾਣੀ ਦੇ ਵਿੱਚ ਵੀ ਕੁਦਰਤ ਦੀ ਕਵਿਤਾ ਜਿਵੇਂ ਸੀ, ਇਕੋ ਪੋਇਟਰੀ ਵੀ ਉਹਨੂੰ ਆਪਾਂ ਅੱਜ ਕੱਲ੍ਹ ਕਹਿੰਦੇ ਹਾਂ, ਇਕੋ ਪੋਇਟਰੀ, ਇਕੋ ਕ੍ਰਿਟਿਸਿਜ਼ਮ ਵੀ ਆ ਗਿਆ, ਇਕੋ ਪੋਇਟਰੀ। ਸੋ ਉਹਨੇ ਜਿਹੜੀ ਵਾਤਾਵਰਨ ਦੀ ਚੇਤਨਾ ਦੇ ਨਾਲ ਧਰਤੀ ਮਾਂ ਦੀ ਤੇ ਜਿਹੜੀ ਸਾਡਾ ਮਨੁੱਖ ਜਿਹੜਾ ਬੰਦਾ ਵਾ, ਜਿਹੜਾ ਆਪਣੀ ਜਿਹੜੀ ਥਾਲੀ 'ਚ ਖਾਂਦਾ ਉਹਦੇ 'ਚ ਸ਼ੇਕ ਕਰੀ ਜਾ ਰਿਹਾ, ਉਸ ਦੇ ਬਾਰੇ ਜਿਹੜੀ ਜਿੰਨੀ ਵਿਅੰਗਮਈ ਸਟਾਇਰ ਵਾਲੀ ਕਵਿਤਾ ਸੀ ਉਹ ਮੈਨੂੰ ਬਹੁਤ ਵਧੀਆ। ਸੋ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇੱਧਰ ਹੋਰ ਧਿਆਨ ਦੇਣ ਦੀ ਲੋੜ ਆ ਕਿ ਜਿਹੜੀ ਇਕੋ ਪੋਇਟਰੀ ਆ ਉਹਨੂੰ ਹੋਰ ਪ੍ਰਮੋਟ ਕਰਨਾ ਚਾਹੀਦਾ। ਇਸ ਵੇਲੇ ਅਸੀਂ ਬਹੁਤ ਸੰਕਟ 'ਚ ਆ ਪਾਣੀ ਦੇ, ਵਾਤਾਵਰਨ ਦੇ ਜਾਂ ਹੋਰਨਾਂ ਦੇ ਸੰਬੰਧ ਦੇ ਵਿੱਚ। ਸੋ ਮੈਨੂੰ ਗੁਰਪ੍ਰੀਤ ਦੀ ਉਸ ਦੂਜੀਆਂ ਕਵਿਤਾਵਾਂ ਨਾਲੋਂ ਵੀ ਇਹ ਕਵਿਤਾ ਜ਼ਿਆਦਾ ਵਧੀਆ ਲੱਗੀ ਹੈ। ਉਸ ਤੋਂ ਅੱਗੇ ਅਮਰਤ ਸਿੰਘ ਦੀ ਕਵਿਤਾ ਸੀਗੀ ਮਿੱਟੀ ਦੇ ਪਾੜੇ। ਕਿਸਾਨ ਮਿੱਟੀ ਦੇ ਪਾੜਿਆਂ ਨਾਲ, ਦੇਖੋ ਤੁਸੀਂ ਮੈਟਾਫਰ ਵੇਖੋ ਜਾਂ ਉਸ ਕਵਿਤਾ ਦੀ ਕਾਵਿ ਭਾਸ਼ਾ ਵੇਖੋ, ਜਿਸ ਤਰੀਕੇ ਨਾਲ ਅਸੀਂ ਕਹਿੰਦੇ ਹਾਂ ਕਿ ਚਮਤਕਾਰੀ ਕਾਵਿ ਭਾਸ਼ਾ ਹੋਣੀ ਚਾਹੀਦੀ। ਨਜ਼ਮ ਦੇ ਵਿੱਚ ਵੀ ਇੱਕ ਆਪਾਂ ਕਿੱਦਾਂ ਕਰਾਮਾਤ ਪੈਦਾ ਕਰ ਸਕਦੇ ਹਾਂ, ਜਿਹਨੂੰ ਆਪਾਂ ਵਿਅੰਜਨਾ ਸ਼ਕਤੀ ਜਾਂ ਸ਼ਬਦ ਦੀਆਂ ਸ਼ਕਤੀਆਂ ਦੇ ਤੌਰ ਤੇ ਸੋਚਦੇ ਹਾਂ ਕਿ ਕੀ ਹੋਣੀ ਚਾਹੀਦੀ ਆ। ਉਸਨੇ 2 ਮੈਨੂੰ ਬਹੁਤ ਉਹਦੇ ਮੇਰੇ ਜ਼ਿਹਨ ਦੇ ਵਿੱਚ ਅੜੇ ਰਹਿ ਗਏ ਕਿ ਮਿੱਟੀ ਦੇ ਪੜਿਆਂ ਨੂੰ ਤੇ ਕਿਤਾਬਾਂ ਦੇ ਲਿਬੜਿਆਂ ਨੂੰ। ਇੱਕੋ ਮੈਨੂੰ ਲੱਗਦਾ ਕਿਤੇ ਜ਼ਿਆਦਾ ਆ ਰਹੀ ਸੀ। ਹਾਂਜੀ ਬੋਲੋ। ਮੇਰੀ ਆਵਾਜ਼ ਆ ਰਹੀ ਜੀ? ਹਾਂਜੀ ਆ ਰਹੀ ਹੈ ਜੀ, ਆ ਰਹੀ। ਸੋ ਉਹ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦੇ ਵਿੱਚ ਸ਼ਕਤੀਆਂ ਪੈਦਾ ਕਰਨੀਆਂ ਜਾਂ ਆਪਣੇ ਅੰਦਰ ਇੱਕ ਕਵਿਤਾ ਕਿੱਥੇ ਹੁੰਦੀ, ਕਵਿਤਾ ਇੱਥੇ ਹੀ ਹੁੰਦੀ। ਮਤਲਬ ਜੇ ਪੁੱਛੀਏ ਤੇ ਇਸ ਤਰ੍ਹਾਂ ਦੀ ਕਵਿਤਾ ਜਿਹੜੀ ਕ੍ਰੀਏਟ ਹੋ ਰਹੀ ਆ ਉਹ ਅੰਮ੍ਰਿਤ ਮੁਬਾਰਕ ਦਾ ਹੱਕਦਾਰ ਹੈ, ਜਿਸ ਤਰ੍ਹਾਂ ਦੀ ਉਹ ਸ਼ਬਦ ਸੁਣ ਰਿਹਾ ਹੈ, ਸਿਰਜ ਰਿਹਾ। ਅੱਗੇ ਸੀਗੇ ਕਮਲਜੀਤ ਜਲੂਰ ਹੋਣੀ ਜੀ, ਉਹਨਾਂ ਦੀਆਂ ਗਜ਼ਲ ਸੀਗੀਆਂ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਸੀਗੀਆਂ। ਉਹ ਤਾਂ ਇਸ ਵੇਲੇ ਸਾਡੇ 7-8 ਮਹੀਨੇ ਤੋਂ ਇੱਕ ਦੌਰ ਸ਼ੁਰੂ ਹੋ ਗਿਆ, ਇੱਕ ਸ਼ਾਇਰੀ ਦਾ ਵੱਖਰਾ ਰੰਗ ਹੈ। ਉਸ ਤੋਂ ਬਾਅਦ ਵੀ ਕੁਝ ਆਪਾਂ ਸੁਣਨ ਨੂੰ ਮਿਲੀਆਂ, ਚਾਹੇ ਉਹ ਗੁਰਪ੍ਰੀਤ ਦੀਆਂ ਹੋਣ ਜਾਂ ਹੋਰਨਾਂ ਦੀਆਂ। ਸੋ ਕਿਸਾਨ ਸੰਘਰਸ਼ ਨਾਲ ਸੰਬੰਧਿਤ ਜਾਂ ਜਿਹੜੀ ਸਾਡੀ ਸੰਘਰਸ਼ਾਂ ਦੀ ਸ਼ਾਇਰੀ ਤੁਹਾਡੇ ਚੈਨਲ ਤੋਂ ਵੀ, ਤੁਹਾਡੇ ਪਲੇਟਫਾਰਮ ਤੋਂ ਵੀ ਸ਼ੁਰੂ ਹੋਏ ਸੀ, ਉਹਦੇ ਵੱਖਰੇ ਵੱਖਰੇ ਪੜਾਅ। ਸੋ ਇਸ ਨੇ ਇੱਕ ਆਪਣਾ ਕਹਿ ਲਓ ਪ੍ਰਵਿਰਤੀ ਬਣਾ ਲੈਣੀ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ,
ਇਹ ਕਿਸਾਨਾਂ ਦੇ ਮਸਲਿਆਂ ਦੀ, ਕਿਸਾਨਾਂ ਦਾ ਇੱਕ ਟ੍ਰੈਂਡ ਪੈਦਾ ਹੋ ਗਿਆ ਪਿਛਲੇ ਦਿਨਾਂ ਦੇ ਵਿੱਚੋਂ। ਸੋ ਇਹ ਸਾਡੀ ਨਵੀਂ ਸ਼ਾਇਰੀ ਜਦੋਂ ਇਹਨੂੰ ਰਿਸਪੌਂਸ ਦੇ ਰਹੀ ਆ ਤਾਂ ਉਹ ਵੀ ਬੜੀ ਅੱਛੀ ਗੱਲ ਆ, ਕਿਉਂਕਿ ਇਹ ਕਿਸੇ ਵੇਲੇ ਨਕਸਲਾਈਟ ਮੂਵਮੈਂਟ ਵੇਲੇ, ਉਸ ਤੋਂ ਬਾਅਦ ਪੰਜਾਬ ਸੰਕਟ ਵੇਲੇ, ਜਾਂ ਕਿਤੇ ਪਹਿਲਿਆਂ ਵੇਲਿਆਂ 'ਚ 47 ਵੇਲੇ ਵੀ ਇਹ ਇੱਕ ਟ੍ਰੈਂਡ ਬਣਦੇ ਰਹੇ ਆ। ਸੋ ਇਸ ਵੇਲੇ ਇਸ ਕਵਿਤਾ ਦਾ, ਨਵੀਂ ਕਵਿਤਾ ਦਾ ਇਹ ਟ੍ਰੈਂਡ ਬਣ ਰਿਹਾ ਜਿਸ ਨੇ ਇਤਿਹਾਸ ਦੇ ਵਿੱਚ ਆਪਣਾ ਨਾਂ ਲਿਖਾਉਣਾ, ਕਿਉਂਕਿ ਅਲਟੀਮੇਟਲੀ ਹਿਸਟਰੀ ਨੇ ਜਿਹੜਾ ਵਾ ਕਿਸੇ ਨਾ ਕਿਸੇ ਵੇਲੇ ਲਿਟਰੇਚਰ ਚੋਂ ਕੰਸਟਰਕਟ ਹੋਣਾ। ਵਾਰਿਸ ਸ਼ਾਹ ਦੀ ਹੀਰ ਚੋਂ ਅਸੀਂ ਉਸ ਦੀ ਹਿਸਟਰੀ ਕੰਸਟਰਕਟ ਕਰਦੇ ਹਾਂ। ਸੋ ਉਸ ਕੰਸਟਰਕਸ਼ਨ ਦੇ ਵਿੱਚ ਇਹ ਬਹੁਤ ਯੋਗਦਾਨ ਪਾਊਗੀ ਜਿਹੜੀ ਸਾਡੀ ਸੰਘਰਸ਼ਾਂ ਦੇ ਦੌਰ ਦੀ ਸ਼ਾਇਰੀ ਇਸ ਤਰ੍ਹਾਂ ਦੀ ਲਿਖੀ ਜਾ ਰਹੀ ਹੈ ਜੀ। ਇਸੇ ਤਰ੍ਹਾਂ ਫਿਰ ਅਮਰਿੰਦਰ ਸੋਹਲ ਜੀ ਦੀਆਂ ਗਜ਼ਲਾਂ ਸੀ, ਬਹੁਤ ਖੂਬਸੂਰਤ। ਉਸਨੇ ਜਿਹੜੇ ਉਹਦੀ ਬਹਿਰ ਬਾਕਮਾਲ ਸੀਗੀ, ਉਹਦੇ ਵਿੱਚ ਜਿਹੜੇ ਅਹਿਸਾਸ ਸੀ। ਗੁਰਪ੍ਰੀਤ ਬੋੜਾਵਾਲ, ਜਿਹਦੇ 'ਚ ਤੁਸੀਂ ਉਹਨੂੰ, ਮੈਨੂੰ ਪਤਾ ਲੱਗਾ ਤੁਸੀਂ ਦੱਸਿਆ ਮਾਨਸੇ ਦਾ ਜ਼ਿਕਰ ਕੀਤਾ, ਤੇ ਜਿਹੜੀ ਮੈਂ ਸੋਚਦਾ ਮਾਨਸੇ ਦੀ ਜਿੰਨੀ ਮੈਂ ਸ਼ਾਇਰੀ ਪੜ੍ਹੀ ਆ, ਕਿ ਮੇਰਾ ਕੰਮ ਸਾਰਾ ਸ਼ਾਇਰੀ ਦੇ ਦੁਆਲੇ ਦੁਆਲੇ ਹੀ ਆ, ਭਾਵੇਂ ਉਹ ਦੇਵਨੀਤ ਹੋਣ ਉਸ ਇਲਾਕੇ ਦੇ, ਭਾਵੇਂ ਰਾਮ ਸਿੰਘ ਚਾਲ ਵੀ ਉੱਥੇ ਹੀ ਉਸੇ ਏਰੀਏ ਦੇ ਹੀ ਪੈ ਗਏ, ਜਾਂ ਗੁਰਪ੍ਰੀਤ ਹੋਣੀ, ਜਾਂ ਹੁਣ ਲਿਖਦੇ ਹੋਰ ਤਨਵੀਰ ਲਿਖਦਾ ਜੀ, ਸਤਪਾਲ ਭੀਖੀ ਦੇ ਹੋਰ, ਹਾਂਜੀ ਭੀਖੀ ਹੋਣੀ ਵੀ, ਤੇ ਉਹ ਇਹ ਸਾਰੀ ਜਿਹੜੀ ਹੈ ਨਾ ਉਹਨਾਂ ਦੀ, ਰਾਮ ਸਿੰਘ ਚਾਲ ਦੀ ਕਵਿਤਾ ਪੜ੍ਹ ਲਓ, ਸਾਰੀ ਮਿੱਟੀ ਦੀ ਮਹਿਕ ਹੈ। ਦੇਵਨੀਤ ਵੀ ਪੜ੍ਹ ਲਓ, ਸਾਰੇ ਕੁਝ। ਸੋ ਇਹ ਮਾਨਸੇ ਵਾਲਿਆਂ ਨੂੰ ਤਾਂ ਵਰ ਮਿਲਿਆ ਹੋਇਆ ਇਹੋ ਜਿਹੀ ਸ਼ਾਇਰੀ ਲਿਖਣ ਦਾ। ਸੋ ਇਸ ਤਰ੍ਹਾਂ ਮੈਂ ਉਹਨੂੰ ਵੀ ਮੁਬਾਰਕ, ਗੁਰਪ੍ਰੀਤ ਨੂੰ ਵੀ। ਸੋ ਬਹੁਤ ਸ਼ੁਭ ਇਛਾਵਾਂ ਸਾਰਿਆਂ ਨੂੰ, ਤੇ ਮੈਨੂੰ ਬੜਾ ਆਨੰਦ ਆਇਆ। ਅਸੀਂ ਸੱਚੀ ਮੁੱਚੀ ਮੈਂ ਇਹ ਸੋਚਦਾ ਕਿ ਇਹ ਜਿਹੜੀ ਪੋਇਟਰੀ ਸੀ, 10 ਪੋਇਟ 9 ਪੋਇਟ ਪੇਸ਼ ਹੋਏ ਆ ਸਾਡੇ ਸਾਹਮਣੇ, ਇਹਨਾਂ ਦੀ ਕਵਿਤਾ ਬਹੁਤ ਅੱਛੇ ਪਾਸੇ ਜਾ ਰਹੀ ਆ। ਜੇ ਕਿਤੇ ਥੋੜਾ ਥੋੜਾ ਹੋਰ ਵੀ ਇੰਪਰੂਵਮੈਂਟ ਦੀ ਤਾਂ ਸੰਭਾਵਨਾ ਹੁੰਦੀ ਆ ਦੀਪ ਜੀ। ਜੀ ਜੀ ਬਿਲਕੁਲ। ਉਹਨੂੰ ਆਪਾਂ ਛੱਡ ਕੇ, ਕਿਉਂਕਿ ਸ਼ੁਰੂਆਤ ਹੈ ਇਹਨਾਂ ਦੀ, ਭਾਵੇਂ ਕਿਸੇ ਦੀਆਂ 2-4 ਕਿਤਾਬਾਂ ਵੀ ਆ ਗਈਆਂ, ਉਸ ਤੋਂ ਇਲਾਵਾ ਬਾਕੀ ਨਵੇਂ ਵੀ ਆ। ਸੋ ਇਸ ਦੇ ਵਿੱਚ ਜਦੋਂ ਵੀ ਅੱਗੇ ਅੱਗੇ ਜਾਣਗੇ, ਕਿਉਂਕਿ ਇਹਨਾਂ ਦਾ ਇੰਟਰਸਟ ਬਣਿਆ ਹੋਇਆ ਸ਼ਾਇਰੀ ਦਾ, ਤੇ ਮੈਨੂੰ ਲੱਗਦਾ ਕਿ ਇਹ ਸ਼ਾਇਰੀ ਜਿਹੜੀ ਆ ਬਹੁਤ ਸਾਡੇ ਆਉਣ ਵਾਲੇ ਸਮੇਂ ਦੇ ਮੇਨ ਹਸਤਾਖਰ ਹੋਣਗੇ ਇਹ ਲੋਕ। ਸੋ ਮੈਨੂੰ ਬਹੁਤ ਇਛਾਵਾਂ, ਸ਼ੁਭ ਇਛਾਵਾਂ, ਮੁਬਾਰਕਾਂ। ਤੁਹਾਨੂੰ ਵੀ ਮੁਬਾਰਕਾਂ ਕਿ ਤੁਸੀਂ ਇਹੋ ਜਿਹੇ ਪਲੇਟਫਾਰਮ ਤੇ ਸਾਰਿਆਂ ਨੂੰ ਇਕੱਠਿਆਂ ਕੀਤਾ ਤੇ ਲੋਕਾਂ ਨਾਲ ਰੂਬਰੂ ਕਰਵਾਇਆ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਧੰਨਵਾਦ ਪ੍ਰੈਸ ਸਾਹਿਬ, ਤੁਸੀਂ ਬਹੁਤ ਖੂਬਸੂਰਤੀ ਨਾਲੋਂ ਨਾਲ ਸੁਣਿਆ ਤੇ ਨਾਲੋਂ ਨਾਲ ਉਹਨੂੰ ਐਨਾਲਾਈਜ਼ ਕੀਤਾ ਤੇ ਨਾਲੋਂ ਨਾਲ ਪੇਸ਼ ਕੀਤਾ। ਇਹ ਬੜੀ ਟਫ ਜੌਬ ਹੁੰਦੀ ਹੈ ਆਪਣੇ ਆਪ ਦੇ ਵਿੱਚ, ਖਾਸ ਤੌਰ ਤੇ ਜਦੋਂ ਅਸੀਂ ਜ਼ੂਮ ਰਾਹੀਂ ਪ੍ਰੋਗਰਾਮ ਕਰ ਰਹੇ ਹਾਂ। ਕਈ ਵਾਰੀ ਕੁਝ ਗੱਲਾਂ ਸਕਿਪ ਹੋ ਜਾਂਦੀਆਂ ਨੇ, ਕਈ ਵਾਰੀ ਆਵਾਜ਼ ਪ੍ਰੋਪਰ ਨਹੀਂ ਆਉਂਦੀ ਹੈਗੀ। ਕਾਫੀ ਸਟ੍ਰੈਸ ਲੈ ਕੇ ਸਾਰਾ ਕੁਝ ਸੁਣਿਆ ਤੇ ਤੁਸੀਂ ਉਸ ਨੂੰ ਮਾਣਿਆ ਵੀ ਤੇ ਨਾਲ ਦੀ ਨਾਲ ਉਹਨੂੰ ਐਨਾਲਾਈਜ਼ ਕਰਕੇ ਪੇਸ਼ ਵੀ ਕੀਤਾ। ਦੋਸਤੋ, ਇਹ ਉਪਰਾਲਾ ਮੀਡੀਆ ਪ੍ਰਵਾਸ ਵੱਲੋਂ ਅਸੀਂ ਕੀਤਾ ਤੇ ਇਹਦੀਆਂ ਅਗਲੀਆਂ ਲੜੀਆਂ ਦੇ ਵਿੱਚ ਵੀ ਇਸ ਤਰ੍ਹਾਂ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ, ਤਾਂ ਕਿ ਇਕੱਲਾ ਕਵੀ ਦਰਬਾਰ ਨਾ ਹੋਵੇ। ਕਵੀ ਦਰਬਾਰ ਦੇ ਨਾਲ ਨਾਲ ਅਸੀਂ ਐਕਸਪਰਟ ਦੇ ਤੌਰ ਤੇ ਕੁਝ ਸਾਥੀਆਂ ਨੂੰ ਇਨਵਾਈਟ ਕਰਾਂਗੇ, ਤਾਂ ਕਿ ਨਵੀਂ ਪੰਜਾਬੀ ਕਵਿਤਾ ਦਾ ਜਿਹੜੀ ਸਾਡੀ ਪਹਿਲਾਂ ਤੋਂ ਕਵਿਤਾ ਚੱਲ ਰਹੀ ਹੈ ਉਹਦੇ ਨਾਲ ਇੱਕ ਸੰਗਮ ਬਣ ਸਕੇ, ਉਹਦੇ ਨਾਲ ਇੱਕ ਮੇਲ ਹੋ ਸਕੇ, ਤੇ ਇਸ ਕਵਿਤਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਤਾਬਾਂ ਰਾਹੀਂ, ਮੈਗਜ਼ੀਨਾਂ ਰਾਹੀਂ ਇੱਕ ਸਪੇਸ ਮਿਲ ਸਕੇ। ਇਹ ਸਾਡੀ ਇੱਛਾ ਹੋਊਗੀ। ਤੇ ਦੋਸਤੋ, ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੈ, ਮੈਂ ਪਹਿਲਾਂ ਵੀ ਲਿਖਿਆ ਸੀ ਕਿਤੇ ਕਿ ਜਦੋਂ ਅਸੀਂ ਆਉਣ ਵਾਲੀ ਪੀੜ੍ਹੀ ਨੂੰ, ਨਵੀਂ ਪੀੜ੍ਹੀ ਨੂੰ ਕਵਿਤਾ ਦੀ ਵਿਰਾਸਤ ਦਿੰਦੇ ਹਾਂ ਤੇ ਨਵੀਂ ਪੀੜ੍ਹੀ ਕਵਿਤਾ ਦੀ ਵਿਰਾਸਤ ਨੂੰ ਸਾਂਭ ਲੈਂਦੀ ਹੈ, ਤਾਂ ਉਸ ਕੌਮ ਦੀਆਂ ਧਰਤੀਆਂ ਕਦੇ ਬੰਜਰ ਨਹੀਂ ਹੋ ਸਕਦੀਆਂ। ਇਹਨਾਂ ਸ਼ਹਿਰਾਂ ਦੇ ਬਹਾਨੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਉਸ ਸੂਖਮਤਾ ਨੂੰ, ਉਸ ਸੰਵੇਦਨਾ ਨੂੰ ਸਾਂਭੀ ਬੈਠੇ ਨੇ ਤੇ ਸਾਂਭਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਇਹਨਾਂ ਤੋਂ ਸਾਨੂੰ ਹੋਰ ਚੰਗੀ ਕਵਿਤਾ ਦੀ ਆਸ ਹੈ, ਹੋਰ ਚੰਗੀ ਸੰਵੇਦਨਾ ਦੀ ਆਸ ਹੈ। ਤੇ ਮੈਂ ਇੱਕ ਵਾਰੀ ਫੇਰ ਸਾਡੇ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ। ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਜਿਹਦੇ ਵਿੱਚ ਰੂਪੀਤ, ਰਮਨਦੀਪ ਕੌਰ ਬਰਾੜ, ਪ੍ਰੀਤੀ ਸੈਣੀ, ਨਵਦੀਪ ਸਿੰਘ ਕਾਲੋਂ, ਨਰਵਿੰਦਰ ਬਾਜਵਾ, ਮਨੀਸ਼ ਸਿੰਘ, ਮਨੀਸ਼ਾ ਸਿੰਗਲਾ, ਲਖਵਿੰਦਰ ਸਿੰਘ, ਕਮਲਜੀਤ ਸਿੰਘ, ਡਾਕਟਰ ਸਾਕ ਮੁਹੰਮਦ, ਮੈਡਮ ਗੁਰਵਿੰਦਰ ਕੌਰ ਢਾਲੀਵਾਲ, ਭੁਪਿੰਦਰ ਕੋਟੜਾ, ਬਲਜਿੰਦਰ ਸਿੰਘ, ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਇੱਥੇ ਤੇ ਫੇਸਬੁੱਕ ਤੇ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਵਿਸ਼ੇਸ਼ ਤੌਰ ਤੇ ਪ੍ਰੋਫੈਸਰ ਆਤਮ ਰੰਧਾਵਾ ਜੀ ਦਾ, ਤੇ ਸਾਡੇ ਜਿਹੜੇ 9 ਸ਼ਹਿਰ ਸਾਡੇ ਨਾਲ ਸ਼ਾਮਲ ਹੋ ਸਕੇ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਜਲਦੀ ਇਹਦਾ YouTube ਲਿੰਕ ਤੁਹਾਨੂੰ ਮੁਹੱਈਆ ਕਰਾਤਾ ਜਾਊਗਾ, ਉਹ ਲਿੰਕ ਅਸੀਂ ਦੋਸਤਾਂ ਦੇ ਨਾਲ ਸਾਂਝਾ ਵੀ ਕਰਾਂਗੇ। ਫੇਸਬੁੱਕ ਤੇ ਵੀ ਤੁਸੀਂ ਜਾ ਕੇ ਦੇਖਿਓ, ਤੁਹਾਡੀ ਕਵਿਤਾ ਨੂੰ ਬਹੁਤ ਸਾਰੇ ਦੋਸਤਾਂ ਨੇ ਪਸੰਦ ਕੀਤਾ। ਸੋ ਇੱਕ ਵਾਰ ਫੇਰ ਮੀਡੀਆ ਪ੍ਰਵਾਸ ਵੱਲੋਂ ਤੁਹਾਡਾ ਕਵਿਤਾ ਸੁਣਾਉਣ ਦੀ। ਹਾਂਜੀ, ਆਪਣੀ ਕਵਿਤਾ ਸੁਣਾ ਦਾਂਗੇ। ਕੋਈ ਨਹੀਂ, ਆਪਣੀ ਕਵਿਤਾ ਕਿਤੇ ਫੇਰ ਅਗਲੇ ਕਿਸੇ ਐਪੀਸੋਡ ਦੇ ਵਿੱਚ ਸੁਣਾਂਗੇ। ਅੱਜ ਨੌਜਵਾਨਾਂ ਦਾ ਦਿਨ ਹੈ ਤੇ ਆਪਾਂ
ਵੈਸੇ ਤਾਂ ਮੈਂ ਵੀ ਆਪਣੇ ਆਪ ਨੂੰ ਨੌਜਵਾਨੀ ਮਹਿਸੂਸ ਕਰਦਾ, ਖੈਰ ਕੋਈ ਗੱਲ ਨਹੀਂ ਹੈਗੀ। ਥੈਂਕ ਯੂ। ਅਗਲੇ ਮਿਲਦੇ ਹਾਂ ਅਗਲੇ ਕਿਸੇ ਐਪੀਸੋਡ ਦੇ ਵਿੱਚ ਨਵੇਂ ਰੰਗ ਦੇ ਨਾਲ। ਬਹੁਤ ਬਹੁਤ ਧੰਨਵਾਦ।